एयरपोर्ट्स ਜਿਹੜੀਆਂ ਸੀ ਉਹਨਾਂ ਨੂੰ ਇਸ ਤਰ੍ਹਾਂ ਪ੍ਰਾਈਵੇਟ ਦੇ ਹਵਾਲੇ ਕਰਕੇ ਫਿਰ ਬਾਕੀ 에ਅਰਪੋਰਟਸ ਨੂੰ ਡਿਵੈਲਪ ਨਹੀਂ ਹੋਣ ਦਿੱਤਾ ਗਿਆ ਜੀ। ਗੱਲ ਕਾਫੀ ਹੱਦ ਤੱਕ ਸੱਚ ਹੈ। ਇੱਕ ਕੰਪਨੀ ਦੀ ਗੱਲ ਹੈ, ਉਹ ਕੰਪਨੀ ਕਾਫੀ ਲੰਬਾ ਸਮਾਂ ਪਹਿਲਾਂ ਚਲਾਈ ਗਈ, ਚੱਲਦੀ ਰਹੀ, ਫਿਰ ਹੌਲੀ ਹੌਲੀ ਬਾਦਲ ਪਰਿਵਾਰ ਦੇ ਕੋਲ ਉਸ ਦਾ ਕੰਟਰੋਲ ਆ ਗਿਆ ਤੇ ਸਾਰੇ ਗੱਲ ਸਮਝਣ ਲੱਗੇ ਕਿ 에ਅਰਪੋਰਟ ਬਠਿੰਡੇ ਵਾਲੀ ਵੀ ਡਿਵੈਲਪ ਕੀਤੀ ਜਾ ਰਹੀ ਹੈ, ਮੋਹਾਲੀ ਦੀ ਵੀ ਹੈ, ਅੰਮ੍ਰਿਤਸਰ ਦੀ ਵੀ ਵਧੀਆ ਕਰ ਦਿੱਤਾ ਗਿਆ। ਪਰ ਇਹ ਟਰਾਂਸਪੋਰਟ ਜਿਹੜੀ ਚੱਲ ਰਹੀ ਹੈ ਇਹਨੂੰ ਤੇ ਘਾਟਾ ਪਏਗਾ ਜੇ ਅੰਤਰਰਾਸ਼ਟਰੀ ਉਡਾਨਾਂ ਇੱਥੋਂ ਸ਼ੁਰੂ ਹੋ ਜਾਣਗੀਆਂ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ 에ਅਰਪੋਰਟ ਤੇ ਜਾਂਦੀਆਂ ਨੇ, ਸਵਾਰੀਆਂ ਚੁੱਕਦੀਆਂ ਨੇ, ਲੱਗਦੀਆਂ ਨੇ, ਪਰ ਪੰਜਾਬ ਰੋਡਵੇਜ਼ ਜਾਂ ਕੋਈ ਪੈਪਸੂ ਦੀ ਬੱਸ ਉੱਥੇ ਅੱਜ ਤੱਕ ਨਹੀਂ ਪਹੁੰਚੀ, ਜਦਕਿ ਹਰਿਆਣੇ ਦੀ ਬੱਸ ਉੱਥੇ ਜਾਂਦੀ। NRI ਆ ਆਪਣਾ ਸਮਰੱਥ ਹੋ ਜਾਂਦਾ ਹੈ ਬੰਦਾ ਜਾਣ ਦੇ, ਜੇ ਵਿੱਚੋਂ ਕਿੰਨੇ ਪੈਸੇ ਖਰਚ ਕੇ ਜਾਂਦਾ ਹੈ, ਪਰ ਕੀ ਸਸਤੇ ਭਾਅ ਵਿੱਚ ਲੁੱਟ-ਖਸੁੱਟ ਵੀ ਬੰਦ ਹੋਵੇਗੀ। ਬਹੁਤ ਚੰਗਾ ਹੋਵੇਗਾ ਕਿ ਕਿਰਕਰੀ ਕਰਵਾਉਣ ਨਾਲੋਂ ਇਹ ਗੱਡੀਆਂ ਵਾਪਸ ਕਰ ਦੇਣ। ਕਿਹੜੇ ਵਿਧਾਇਕ ਕੋਲ ਇਹੋ ਜਿਹੀ ਸਥਿਤੀ ਹੈ ਵੀ ਉਹ ਗੱਡੀ ਆਪਣੀ ਪ੍ਰਾਈਵੇਟ ਨਹੀਂ ਵਰਤ ਸਕਦਾ ਤੇ ਉਹਦੇ 'ਚ ਤੇਲ ਨਹੀਂ ਪਵਾ ਸਕਦਾ। ਹਰ ਬੈਗ ਦੇ ਉੱਤੇ 600 700 800 1000 1200 ਰੁਪਇਆ ਲਿਖ ਦਿੱਤਾ ਜਾਂਦਾ ਹੈ ਕਿ ਆਹ ਭਾਈ ਇਹ ਕੀਮਤ ਹੈ ਜੀ। ਹੁਣ ਗੱਲ ਇਹ ਹੈ ਕਿ ਸਰਕਾਰ ਨੇ ਜੇ ਫੈਸਲਾ ਕਰਨਾ ਹੀ ਸੀ ਕਿ 150 ਵਧਾਉਣੀ ਹੈ, ਕੀ 150 ਵਾਲਾ ਟੀਕਾ ਲਾ ਕੇ ਤੇ ਲੋਕਾਂ ਨੂੰ ਚੈੱਕ ਕੀਤਾ ਗਿਆ? ਕਿਸਾਨ ਦੀ ਹਾਲਾਤ ਦਾ ਸਰਕਾਰ ਨੂੰ ਅੰਦਾਜ਼ਾ ਹੈ, ਪਰ ਕਿਸਾਨ ਤੇ ਉਸ ਤੇ ਅਹਿਸਾਨ ਕੀਤਾ ਜਾ ਰਿਹਾ ਕਿ ਤੁਹਾਨੂੰ ਅਸੀਂ DAP ਸਸਤੀ ਦੇ ਰਹੇ ਹਾਂ, ਸਬਸਿਡੀ ਅਸੀਂ ਹੋਰ ਵਧਾ ਦਿੱਤੀ ਹੈ, ਫਸਲ ਦਾ ਮੁੱਲ ਨਹੀਂ ਦੇਣਾ। ਕਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਜਿਹੜੀ ਬੈਰਲ ਦੀ ਕੀਮਤ ਜਿਹੜੀ ਹੈ ਉਹ ਥੋੜੀ ਸੀ ਜਾਂ ਜ਼ਿਆਦਾ ਕੀਮਤ ਸੀ ਤੇ ਤੇਲ ਸਸਤਾ ਮਿਲ ਰਿਹਾ ਸੀ, ਤੇ ਇਸ ਵਾਰੀ ਬੈਰਲ ਦੀ ਕੀਮਤ ਥੋੜੀ ਵੀ ਰਹੀ ਤੇ ਫੇਰ ਵੀ ਸਾਨੂੰ ਮਹਿੰਗਾ ਮਿਲਿਆ। ਪੌਣੇ 500 ਦੇ ਕਰੀਬ ਬਲੈਕ ਜਿਹੜੇ ਸਪੌਟ ਸੀ, ਕਾਲੇ ਜਗ੍ਹਾ ਜਿਹੜੀਆਂ ਸੀ ਉਹ ਮਾਰਕ ਕੀਤੀਆਂ ਗਈਆਂ ਸੀ ਪੰਜਾਬ ਵਿੱਚ, ਪੌਣੇ 500 ਦੇ ਕਰੀਬ। ਤੇ ਇਸ ਖੇਤਰ ਵਿੱਚ ਇੰਨੇ ਸਮੇਂ ਦੇ ਵਿੱਚ 5 ਤੋਂ 10 ਮੌਤਾਂ ਐਕਸੀਡੈਂਟਾਂ ਵਿੱਚ ਹੋ ਰਹੀਆਂ। ਰਿਸਕ ਇੰਨਾ ਵੱਧ ਗਿਆ ਹੈ, ਸਰਕਾਰ ਨੂੰ ਅੰਕੜੇ ਪਹਿਲਾਂ ਤਾਂ ਸੁਹਿਰਦ ਹੋ ਕੇ ਇਕੱਠੇ ਕਰਨ ਦੀ ਲੋੜ ਹੈ ਕਿ ਛੋਟੇ ਤੋਂ ਛੋਟਾ ਐਕਸੀਡੈਂਟ ਵੀ ਰਿਪੋਰਟ ਹੋਵੇ। ਕੋਈ ਮੋਟਰਸਾਈਕਲ ਸਵਾਰ ਵੀ ਡਿੱਗਦਾ ਹੈ ਉਹ ਵੀ ਰਿਪੋਰਟ ਹੋਵੇ, ਕਿਉਂ ਡਿੱਗਿਆ, ਕਾਰਨ ਕੀ ਬਣੇ, ਕੀ ਸੜਕ ਵਿੱਚ ਨੁਕਸ ਸੀ? ਬਿਲਾਵਲ ਭੁੱਟੋ ਕੀ ਭਾਰਤ ਨਾਲ ਸੰਬੰਧ ਸੁਧਾਰਨਗੇ? ਕੀ ਨਰਿੰਦਰ ਮੋਦੀ ਨਾਲ ਜੋ ਡਿਪਲੋਮੈਟਿਕ ਅਪਰੋਚ ਇਸ ਫੈਮਿਲੀ ਦੀ ਭੁੱਟੋ ਦੀ ਰਹੀ ਹੈ ਹਮੇਸ਼ਾ ਦੀ, ਕਿ ਉਸ ਅਪਰੋਚ ਨੂੰ ਮੋਹਰੇ ਰੱਖਦੇ ਹੋਏ ਭਾਰਤ ਨਾਲ ਸੰਬੰਧਾਂ ਨੂੰ ਕੁਝ ਸੁਧਾਰਨਗੇ? ਇਹ ਬਹੁਤ $1 ਮਿਲੀਅਨ ਦਾ ਕੁਐਸਚਨ ਹੈ। ਕਰਤਾਰਪੁਰ ਸਾਹਿਬ ਦੇ ਲਾਂਘਾ ਖੁੱਲ੍ਹਣ ਤੋਂ ਲੈ ਕੇ ਤੇ ਹੋਰ ਕਈ ਮੁੱਦਿਆਂ ਤੇ ਲੈ ਕੇ, ਜਾਂ ਸਿੱਖ ਕੁੜੀਆਂ ਦਾ ਮਸਲਾ ਹੋਵੇ ਜਾਂ ਸਿੱਖਾਂ ਨਾਲ ਕਿਸੇ ਕਿਸਮ ਦਾ ਜਾਂ ਹਿੰਦੂਆਂ ਨਾਲ ਧੱਕਾ ਹੋਣ ਦੀ ਗੱਲ ਹੋਵੇ, ਇਮਰਾਨ ਖਾਨ ਪ੍ਰੋਂਪਟਲੀ ਐਕਸ਼ਨ ਲੈਂਦੇ ਸੀ। ਇਹ ਨਵੀਂ ਸਰਕਾਰ ਕਿੰਨਾ ਕੁ ਪ੍ਰੋਂਪਟਲੀ ਲੈਂਦੀ ਹੈ ਇਸ ਗੱਲ ਦਾ ਕੋਈ ਪਤਾ ਨਹੀਂ। ਪੰਜਾਬੀ ਨੈਸ਼ਨਲ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਜੀ ਆਇਆਂ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਐਜ਼ ਐਨ ਐਕਸਪਰਟ ਹੋਣਗੇ ਸਰਦਾਰ ਕੁਲਦੀਪ ਸਿੰਘ ਹੀਰ ਜੀ, ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੀ ਤੇ ਬਿਜਲੀ ਦੇ ਲੱਗ ਰਹੇ ਵੱਡੇ ਕੱਟਾਂ ਵਾਲੀ ਕਹਾਣੀ ਕਦੋਂ ਖਤਮ ਹੋਵੇਗੀ, ਇਹ ਵੀ ਉਹਨਾਂ ਨੂੰ ਪੁੱਛਾਂਗੇ। ਤੇ DAP ਖਾਦ ਕਦੇ ਮਹਿੰਗੀ ਹੋ ਜਾਂਦੀ ਕਦੇ ਸਸਤੀ, ਇਹਦੇ ਪਿੱਛੇ ਕੀ ਸਰਕਾਰ ਦੀ ਮਨਸ਼ਾ, ਕੀ ਕਰੀ ਜਾਂਦੀ ਹੈ ਸਰਕਾਰ, ਇਹ ਵੀ ਦੱਸਣਗੇ ਸਾਡੇ ਮਾਹਿਰ ਮਹਿਮਾਨ। ਤੇ ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਵਿੱਚ ਕਿਹੜੀਆਂ ਬੇਨੀਮੀਆਂ ਸਾਹਮਣੇ ਆਈਆਂ, ਉਹ ਵੀ ਇਹਨਾਂ ਤੋਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ। ਪੰਜਾਬ ਦੀ ਸਿਆਸਤ ਤੋਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਕਹਿੰਦੇ ਨੇ ਵੀ ਹੁਣ ਸਰਕਾਰੀ ਬੱਸਾਂ ਦਿੱਲੀ ਏਅਰਪੋਰਟ ਤੇ ਜਾਣੀਆਂ, ਤੇ ਬਾਦਲਾਂ ਦਾ ਕੀ ਬਣੂ? ਦਿੱਲੀ ਏਅਰਪੋਰਟ ਇੱਕ ਇਹੋ ਜਿਹੀ ਦੁੱਖ ਦੀ ਰਗ ਹੈ ਪੰਜਾਬੀਆਂ ਦੀ। ਪੰਜਾਬੀਆਂ ਨੇ ਵਿਦੇਸ਼ ਜਾਣਾ ਵੀ ਹੈ, ਆਉਣਾ ਵੀ ਹੈ, NRIਆਂ ਨੇ ਆਉਣਾ ਵੀ ਹੈ, ਜਾਣਾ ਵੀ ਹੈ। 2 ਸੂਬੇ ਲੰਘ ਕੇ, 2 ਸੂਬਿਆਂ ਦੀਆਂ ਚੰਗੀਆਂ ਸੜਕਾਂ ਗਾਹ ਕੇ ਜੀ ਫਿਰ ਦਿੱਲੀ ਸਾਰੀ ਕ੍ਰਾਸ ਕਰਕੇ, ਸਾਰੀ ਪੋਲੂਸ਼ਨ ਜੋ ਦੁਨੀਆ ਵਿੱਚ ਮਸ਼ਹੂਰ ਹੈ ਉਸ ਨੂੰ ਆਪਣੇ ਤੇ ਸੁੱਟ ਕੇ ਤੇ ਫਿਰ ਦਿੱਲੀ ਏਅਰਪੋਰਟ ਤੇ ਪਹੁੰਚਿਆ ਜਾਂਦਾ। ਐਵੇਂ ਕਿਵੇਂ ਦੀ ਗੱਲ ਨਹੀਂ। ਦੇਖੋ ਸਿਸਟਮ ਇਹ ਹੈ ਕਿ ਠੀਕ ਹੈ ਸਰਕਾਰੀ ਇਜਾਰੇਦਾਰੀ ਹੁੰਦੀ ਸੀ ਏਅਰਪੋਰਟਾਂ 'ਤੇ, ਹੌਲੀ ਸਮਾਂ ਆ ਗਿਆ ਕਿ ਏਅਰਪੋਰਟਾਂ ਨੂੰ ਪ੍ਰਾਈਵੇਟ ਦੇ ਹਵਾਲੇ ਕਰ ਦਿੱਤਾ ਗਿਆ, ਤੇ ਪ੍ਰਾਈਵੇਟ ਜਦੋਂ ਕੀਤੀਆਂ ਤੇ ਏਅਰਪੋਰਟਾਂ ਨੂੰ ਕਮਾਈ ਤੇ ਏਅਰ ਟ੍ਰੈਫਿਕ ਦੀ ਹੁੰਦੀ, ਤੇ ਜਿੰਨੇ ਪੈਸੇਂਜਰ ਵੱਧ ਆਉਣਗੇ ਉਨੀ ਕਮਾਈ ਹੋਵੇਗੀ। ਬਿਜ਼ਨਸ ਪੁਆਇੰਟ ਆਫ ਵਿਊ ਨਾਲ ਓਨਾ ਹੀ ਡਿਵੈਲਪਮੈਂਟ ਹੁੰਦੀ ਹੈ। ਜਿੰਨੇ ਜਹਾਜ਼ ਆਉਣਗੇ ਉਹਨਾਂ ਦੀ ਫੀਸ ਜਿਹੜੀ ਹੈ ਔਰ ਉਹਨਾਂ ਤੋਂ ਚਾਰਜਿਸ, ਏਅਰਪੋਰਟ ਹੈਂਡਲਿੰਗ, ਸਭ ਕੁਛ, ਬੈਗੇਜ, ਸਾਰਾ ਕੁਛ ਰਲਾ ਮਿਲਾ ਕੇ ਇੱਕ ਵੱਡਾ ਪੈਕੇਜ ਬਣਦਾ ਹੈ। ਕੁਝ ਦੇਸ਼ ਤੇ ਇਸੇ ਗੱਲ ਦੀ ਖੱਟੀ ਖਾਂਦੇ ਨੇ ਵਿਦੇਸ਼ਾਂ ਵਿੱਚ, ਇੱਥੇ ਦੀ ਗੱਲ ਨਹੀਂ। ਭਾਰਤ ਨੇ ਇਸ ਗੱਲ ਨੂੰ ਸਮਝਿਆ ਨਹੀਂ। ਮੈਂ ਇੱਕ ਤੁਹਾਨੂੰ ਉਦਾਹਰਨ ਦਿੰਦਾ।
ਕਿ ਜਦੋਂ ਤੁਸੀਂ ਨੋਟ ਕਰਿਓ ਕਿ ਭਾਰਤ ਦੇ ਵਿੱਚ ਆਉਣ ਵਾਲੀਆਂ ਜਾਂ ਜਾਣ ਵਾਲੀਆਂ ਅੰਤਰਰਾਸ਼ਟਰੀ ਉਡਾਨਾਂ 99% ਅੱਧੀ ਰਾਤ ਦੇ ਵੇਲੇ ਹੁੰਦੀਆਂ ਨੇ ਜੀ। ਬਹੁਤ ਘੱਟ ਇਹੋ ਜਿਹਾ ਹੁੰਦਾ ਕਿ ਦੁਨੀਆ ਭਰ ਦੀਆਂ ਜਿਹੜੀਆਂ 에ਅਰਪੋਰਟਸ ਦੇ ਨਾਲ ਆਪਣੇ ਆਪ ਮੁਕਾਬਲਾ ਕਰਦੇ ਹਾਂ ਅਸੀਂ, ਉਹਨਾਂ ਦੇ ਵਿੱਚ ਇਹੋ ਜਿਹੀਆਂ ਅੱਧੀ ਰਾਤ ਨੂੰ ਫਲਾਈਟਾਂ ਆਉਂਦੀਆਂ ਹੋਣ, ਰਾਤ ਨੂੰ ਸ਼ਟ ਡਾਊਨ ਕਰ ਦਿੱਤੀਆਂ ਜਾਂਦੀਆਂ ਨੇ 에ਅਰਪੋਰਟਸ, ਤਾਂ ਕਿ ਲਾਗੇ ਛਾਗੇ ਦੇ ਨਾਗਰਿਕ ਤੇ ਹੋਰ ਸਾਰਾ ਸਿਸਟਮ ਜਿਹੜਾ ਆ ਉਹ ਘੱਟ ਵਰਤ ਹੋਵੇ। ਉਹਨਾਂ ਦੀ ਇਜਾਰੇਦਾਰੀ ਰਹੀ ਹੈ ਦੇਸ਼ਾਂ ਦੀ ਜੀ ਏਅਰ ਟ੍ਰੈਫਿਕ ਦੇ ਵਿੱਚ ਕਿ ਏਅਰ ਟਰਾਂਸਪੋਰਟੇਸ਼ਨ ਉਹਨਾਂ ਦੇ ਕੰਟਰੋਲ ਵਿੱਚ ਹੈ, ਸਾਰੇ ਰੂਟਸ ਆਪਣੀ ਮਰਜ਼ੀ ਨਾਲ ਤੈਅ ਕਰਦੇ ਨੇ ਤੇ ਭਾਰਤ ਦੇ ਪੱਲੇ ਕੋਈ ਬਹੁਤਾ ਨਹੀਂ ਸੀ ਅੱਜ ਤੋਂ ਕਾਫੀ ਸਾਲ ਪਹਿਲਾਂ ਤੱਕ। ਹੌਲੀ ਹੌਲੀ ਜਦੋਂ ਹੋਣਾ ਸ਼ੁਰੂ ਹੋਇਆ ਫਿਰ ਇਸ ਨੂੰ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਵੇਖਿਆ ਗਿਆ। ਪਰ ਅਫਸੋਸ ਦੀ ਗੱਲ ਹੈ ਕਿ ਜਦੋਂ ਤੇ ਸਿਰਫ ਖਰਚੇ ਦਾ ਘਰ ਸੀ ਏਅਰਪੋਰਟਾਂ ਤੇ ਸਰਕਾਰਾਂ ਇਸ ਨੂੰ ਖੁਦ ਚਲਾਉਂਦੀਆਂ ਰਹੀਆਂ ਤੇ ਜਦੋਂ ਇਸ ਤੋਂ ਕਮਾਈ ਹੋਣ ਦਾ ਸਮਾਂ ਆਇਆ ਤੇ ਫਿਰ ਪ੍ਰਾਈਵੇਟ ਨੂੰ ਸੌਂਪ ਦਿੱਤਾ ਗਿਆ। ਫਿਰ ਰੌਲਾ ਪੈ ਗਿਆ ਕਿ ਦਿੱਲੀ ਨਾਲ 2-3 ਹੋਰ 에ਅਰਪੋਰਟਸ ਜਿਹੜੀਆਂ ਸੀ ਉਹਨਾਂ ਨੂੰ ਇਸ ਤਰ੍ਹਾਂ ਪ੍ਰਾਈਵੇਟ ਦੇ ਹਵਾਲੇ ਕਰਕੇ ਫਿਰ ਬਾਕੀ 에ਅਰਪੋਰਟਸ ਨੂੰ ਡਿਵੈਲਪ ਨਹੀਂ ਹੋਣ ਦਿੱਤਾ ਗਿਆ। ਜੀ ਗੱਲ ਕਾਫੀ ਹੱਦ ਤੱਕ ਸੱਚ ਹੈ ਕਿਉਂਕਿ ਟ੍ਰੈਫਿਕ ਜਦੋਂ ਸਾਰੀ ਉੱਥੋਂ ਦੀ ਲੰਘੇਗੀ ਤੇ ਉਸੇ ਤੇ ਧਿਆਨ ਕੇਂਦਰਿਤ ਹੋਵੇਗਾ ਤੇ ਸਾਰਿਆਂ ਦਾ ਇੰਟਰਸਟ ਜਿਹੜਾ ਹੈ ਵੈਸਟਡ ਇੰਟਰਸਟ ਭਾਵ ਇਹ ਇਨਡਾਇਰੈਕਟ ਜਿਹੜਾ ਇੰਟਰਸਟ ਹੈ ਸਰਕਾਰੀ ਅਹੁਦੇਦਾਰਾਂ ਦਾ, ਸਰਕਾਰੀ ਮੰਤਰੀਆਂ ਦਾ, ਸਰਕਾਰਾਂ ਦਾ, ਉਹ ਉਸ ਵਿੱਚ ਸ਼ਾਮਲ ਹੋਵੇਗਾ ਤੇ ਫਿਰ 에ਅਰਪੋਰਟਾਂ ਤੇ ਜਾਵੇਗਾ, ਉਹ ਨਾ ਪ੍ਰਾਈਵੇਟ ਤੇ ਜਾਵੇਗਾ। ਹਰ ਕੋਈ ਜਾਣਾ ਪਏਗਾ, ਮਜਬੂਰੀ ਹੋਏਗੀ। ਖੈਰ ਸ਼ਾਰਟਕਟ ਕਰੀਏ ਤੇ ਨਾਲ ਦੀ ਨਾਲ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਦਿੱਲੀ ਤੇ ਸਾਨੂੰ ਜਾਣਾ ਵੀ ਪਏਗਾ, ਪਰ ਦਿੱਲੀ ਜਾਣ ਦੀਆਂ ਜਿਹੜੀਆਂ ਸਾਡੇ ਕੋਲ ਆਪਸ਼ਨਾਂ ਬਚਦੀਆਂ ਨੇ ਉਹਨਾਂ ਵਿੱਚ ਵੀ ਸਾਨੂੰ 1-2 ਤੱਕ ਹੀ ਸੀਮਿਤ ਰਹਿਣਾ ਪਏਗਾ। ਉੱਥੇ ਵੀ ਸਾਡੇ ਕੋਲ ਕੋਈ ਕੰਪੀਟੀਸ਼ਨ ਵਗੈਰਾ ਨਹੀਂ ਹੋਵੇਗਾ ਜੀ ਤੇ ਜੋ ਮਰਜ਼ੀ ਕੋਈ ਕਿਰਾਇਆ ਲਵੇ, ਜਿਸ ਤਰ੍ਹਾਂ ਦੀਆਂ ਮਰਜ਼ੀ ਸਰਵਿਸਿਜ਼ ਦੇਵੇ, ਜਿੱਥੇ ਮਰਜ਼ੀ ਗੱਡੀ ਰੋਕੇ, ਜਿੱਥੇ ਮਰਜ਼ੀ ਨਾ ਰੋਕੇ, ਜਿਹੜੇ ਮਰਜ਼ੀ ਢਾਬੇ ਤੇ ਰੋਕੇ ਤੇ ਉਹ ਸਾਰਾ ਕੁਝ ਉਹਨਾਂ ਦੇ ਹੱਥ ਵਿੱਚ ਹੀ ਹੋ ਗਿਆ। ਖੈਰ ਹੁਣ ਇੱਕ ਕੰਪਨੀ ਦੀ ਗੱਲ ਹੈ, ਉਹ ਕੰਪਨੀ ਕਾਫੀ ਲੰਬਾ ਸਮਾਂ ਪਹਿਲਾਂ ਚਲਾਈ ਗਈ, ਚੱਲਦੀ ਰਹੀ, ਫਿਰ ਹੌਲੀ ਹੌਲੀ ਬਾਦਲ ਪਰਿਵਾਰ ਦੇ ਕੋਲ ਉਸ ਦਾ ਕੰਟਰੋਲ ਆ ਗਿਆ ਤੇ ਸਾਰੇ ਗੱਲ ਸਮਝਣ ਲੱਗੇ ਕਿ 에ਅਰਪੋਰਟ ਬਠਿੰਡੇ ਵਾਲੀ ਵੀ ਡਿਵੈਲਪ ਕੀਤੀ ਜਾ ਰਹੀ ਹੈ, ਮੋਹਾਲੀ ਦੀ ਵੀ ਹੈ, ਅੰਮ੍ਰਿਤਸਰ ਦੀ ਵੀ ਵਧੀਆ ਕਰ ਦਿੱਤਾ ਗਿਆ। ਪਰ ਇਹ ਟਰਾਂਸਪੋਰਟ ਜਿਹੜੀ ਚੱਲ ਰਹੀ ਹੈ ਇਹਨੂੰ ਤੇ ਘਾਟਾ ਪਏਗਾ ਜੇ ਅੰਤਰਰਾਸ਼ਟਰੀ ਉਡਾਨਾਂ ਇੱਥੋਂ ਸ਼ੁਰੂ ਹੋ ਜਾਣਗੀਆਂ। ਉਹ ਗੱਲ ਡਰ ਸੱਚ ਸਾਬਤ ਹੀ ਹੁੰਦਾ ਰਿਹਾ। ਉਹ ਬੱਸ ਸਰਵਿਸ ਚੱਲਦੀ ਰਹੀ ਤੇ ਸਰਕਾਰ, ਪੰਜਾਬ ਸਰਕਾਰ ਦੀ ਕੋਈ ਬੱਸ ਦਿੱਲੀ ਨੂੰ ਤਾਂ ਵੈਸੇ ਜਾਂਦੇ ਜੁੰਦੇ ਰਹੇ ਵਧੀਆ ਵੱਡੀਆਂ ਬੱਸਾਂ ਤੇ ਪਰ 에ਅਰਪੋਰਟ ਤੱਕ ਕੋਈ ਰਸਤਾ ਨਹੀਂ ਖੁੱਲ੍ਹ ਸਕਿਆ। ਕਾਂਗਰਸ ਸਰਕਾਰ ਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਸਰਕਾਰ ਹੈ ਤੇ ਉਹ ਸਾਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਜੀ। ਪਰ ਇਹ ਗੱਲ ਸੱਚ ਸੀ ਕਿ ਨਹੀਂ ਸੀ, ਇਸ ਗੱਲ ਦਾ ਨਿਤਾਰਾ ਨਹੀਂ ਹੋ ਸਕਿਆ ਤੇ ਨਾ ਅਸੀਂ ਆਪਣੇ ਇੰਡੀਵਿਜੂਅਲ ਤੌਰ ਤੇ ਨਿਤਾਰਾ ਕਰ ਸਕੇ। ਅੱਜ ਪੂਰੀ ਤਰ੍ਹਾਂ ਬॉल ਕਹਿੰਦੇ ਆ ਕੋਰਟ ਵਿੱਚ ਹੈ ਆਮ ਆਦਮੀ ਪਾਰਟੀ ਦੇ। ਪੰਜਾਬ ਵੀ ਉਹਨਾਂ ਕੋਲ ਹੈ ਤੇ ਦਿੱਲੀ ਵੀ ਉਹਨਾਂ ਕੋਲ ਹੈ, ਹਰਿਆਣੇ ਦੇ ਵਿੱਚੋਂ ਦੀ ਲੰਘਣਾ ਹੈ, ਉਹ ਲਾਂਘਾ ਮਿਲ ਜਾਵੇਗਾ। ਅੱਗੇ ਵੀ ਪੰਜਾਬ ਦੀਆਂ ਬੱਸਾਂ ਦਿੱਲੀ ਨੂੰ ਜਾਂਦੀਆਂ ਨੇ ਜੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ 에ਅਰਪੋਰਟ ਤੇ ਜਾਂਦੀਆਂ ਨੇ, ਸਵਾਰੀਆਂ ਚੁੱਕਦੀਆਂ ਨੇ, ਲੱਗਦੀਆਂ ਨੇ ਉੱਥੇ 에ਅਰਪੋਰਟ ਦੇ ਟਰਮੀਨਲ ਦੇ ਲਾਗੇ ਜਾ ਕੇ ਸਵਾਰੀਆਂ ਨੂੰ ਲਾਉਂਦੀਆਂ ਨੇ। ਉਹਨਾਂ ਦੇ ਕਾਊਂਟਰ ਲੱਗੇ ਹੋਏ ਨੇ ਉੱਥੇ, ਭਾਵੇਂ ਉਹ ਲੀਗਲ ਨੇ ਇਲੀਗਲ ਨੇ ਸਾਨੂੰ ਇਸ ਗੱਲ ਦਾ ਪਤਾ ਨਹੀਂ, ਪਰ ਪੰਜਾਬ ਰੋਡਵੇਜ਼ ਜਾਂ ਕੋਈ ਪੈਪਸੂ ਦੀ ਬੱਸ ਉੱਥੇ ਅੱਜ ਤੱਕ ਨਹੀਂ ਪਹੁੰਚੀ ਜਦਕਿ ਹਰਿਆਣੇ ਦੀ ਬੱਸ ਉੱਥੇ ਜਾਂਦੀ ਹੈ ਜੀ। ਹੁਣ ਇਹ ਇੱਕ ਲੁੱਟ ਖਸੁੱਟ ਜਿਹੜੀ ਹੈ ਲੰਬਾ ਸਮਾਂ ਹੋਈ ਹੈ ਪੰਜਾਬੀਆਂ ਦੀ, ਇਸ ਨੂੰ ਕੀ ਰੋਕਿਆ ਜਾ ਸਕੇਗਾ? ਹੁਣ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਤਾਂ ਕਹਿ ਦਿੱਤਾ ਕਿ ਸਾਡੀਆਂ ਬੱਸਾਂ ਉੱਥੇ ਜਾਣਗੀਆਂ, 1-2 ਕਾਨੂੰਨੀ ਅੜਚਣਾਂ ਨੇ ਉਹਨਾਂ ਨੂੰ ਦੂਰ ਕਰਕੇ ਸਿੱਧੇ ਅਸੀਂ 에ਅਰਪੋਰਟ ਤੇ ਪਹੁੰਚਾਵਾਂਗੇ। ਇੱਕ ਗੱਲ ਹੋਰ ਹੈ, ਜੇ ਸਰਕਾਰੀ ਬੱਸ ਹੈ ਤੇ ਕੀ ਉਹਨਾਂ ਦੇ ਨਿਯਮ ਤੇ ਉਹਨਾਂ ਨੂੰ ਅਨੁਸ਼ਾਸਨ ਦੇ ਵਿੱਚ ਲਿਆਉਣ ਲਈ ਉਨੀ ਸਖਤੀ ਕੀਤੀ ਜਾਵੇਗੀ ਜਿੰਨੀ ਕਿ ਲੋੜ ਹੁੰਦੀ ਹੈ ਅੰਤਰਰਾਸ਼ਟਰੀ ਜਾਂ NRIਆਂ ਨੂੰ ਸੰਭਾਲਣ ਵਾਸਤੇ? ਕੀ ਉਹਨਾਂ ਨੂੰ ਉਸ ਲੈਵਲ ਦੀ ਸੁਰੱਖਿਆ ਤੇ ਰਸਤੇ ਦੀਆਂ ਰੁਕਾਵਟਾਂ ਦੇ ਵਿੱਚ ਉਹਨਾਂ ਦੀ ਹੈਲਪ ਹੋਵੇਗੀ? ਇਸ ਗੱਲ ਦਾ ਅਜੇ ਤੱਕ ਸਰਕਾਰ ਕੋਲ ਕੋਈ ਬਲੂਪ੍ਰਿੰਟ ਮੈਨੂੰ ਜਾਪਦਾ ਨਹੀਂ, ਪਰ ਸਰਕਾਰ ਨੇ ਦਿੱਲੀ 에ਅਰਪੋਰਟ ਤੇ ਜਾਣ ਦਾ ਠਾਣ ਲਿਆ। ਹੁਣ ਕਾਨੂੰਨੀ ਅੜਚਣਾਂ ਕਿਹੜੀਆਂ ਨੇ? ਕਾਨੂੰਨੀ ਅੜਚਣ ਪੰਜਾਬ ਵਿੱਚ ਤੇ ਕੋਈ ਹੋਣੀ ਨਹੀਂ ਚਾਹੀਦੀ, ਟਰਾਂਸਪੋਰਟ ਡਿਪਾਰਟਮੈਂਟ ਵੀ ਆਪਣਾ ਤੇ ਸਾਰੇ ਆਪਣੇ ਨੇ। ਹਰਿਆਣੇ ਵਿੱਚ ਵੀ ਕੋਈ ਇੰਨੀ ਸਮੱਸਿਆ ਆਉਣੀ ਨਹੀਂ। ਸਮੱਸਿਆ ਕਿੱਥੇ ਆਵੇਗੀ? ਦਿੱਲੀ ਦੇ ਵਿੱਚ। ਕੀ ਲੈਫਟੀਨੈਂਟ ਗਵਰਨਰ ਨੇ ਇਸ ਗੱਲ ਦਾ ਫੈਸਲਾ ਕਰਨਾ ਹੈ ਕਿ 에ਅਰਪੋਰਟ ਤੇ ਬੱਸ ਜਾਵੇਗੀ ਪੰਜਾਬ ਦੀ ਜਾਂ ਨਹੀਂ? ਕੀ 에ਅਰਪੋਰਟ ਅਥਾਰਟੀ ਨੇ ਫੈਸਲਾ ਕਰਨਾ? ਇਹ ਸਾਰੀਆਂ ਗੱਲਾਂ ਦੀ ਕਾਨੂੰਨੀ ਅੜਚਣਾਂ ਹੋਣਗੀਆਂ, ਸਮਾਂ ਲੱਗੇਗਾ, ਪਰ ਉਮੀਦ ਜੇ ਵੱਜ ਗਈ ਹੈ ਕਿ ਪੰਜਾਬੀਆਂ ਨੂੰ ਬੱਸਾਂ ਤੇ ਪਹਿਲਾਂ ਵੀ ਜਾਂਦੀਆਂ ਸੀ, ਚਲੋ ਕੋਈ ਘਾਟ ਨਹੀਂ, ਜਿੰਨੇ NRI ਆ ਆਪਣਾ ਸਮਰੱਥ ਹੋ ਜਾਂਦਾ ਹੈ ਬੰਦਾ ਜਾਣ ਦੇ, ਜੇ ਵਿੱਚੋਂ ਕਿੰਨੇ ਪੈਸੇ ਖਰਚ ਕੇ ਜਾਂਦਾ ਹੈ, ਪਰ ਕੀ ਸਸਤੇ ਭਾਅ ਵਿੱਚ ਲੁੱਟ ਖਸੁੱਟ ਵੀ ਬੰਦ ਹੋਵੇਗੀ? ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਆਉਣ ਵਾਲੇ ਸਮੇਂ 'ਚ ਵੇਖਣ ਨੂੰ ਮਿਲ ਸਕਦੀਆਂ। ਅਜੇ ਉਮੀਦ ਜਿਹੀ ਬੱਚੀ ਹੈ ਤੇ ਜੇ ਹੁਣ ਇਹ ਕੰਮ ਨਹੀਂ ਹੁੰਦਾ ਫਿਰ ਪੂਰੀ ਤਰ੍ਹਾਂ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਭਾਵ ਆਮ ਆਦਮੀ ਪਾਰਟੀ ਦੀ ਹੋਵੇਗੀ।
ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹਾਂ ਤੇ ਇਹਨਾਂ ਨੇ ਹੋਰ ਵੀ ਫਲੂਏ ਜੇ ਸੁੱਟੇ ਆ। ਕਿਸੇ ਕੋ ਗੱਡੀ ਮੰਗ ਲੈਂਦੇ ਨੇ, ਕਿਸੇ ਨੂੰ ਕਹਿੰਦੇ ਕੋਠੀ ਛੱਡ ਦਿਓ, ਬਾਦਲਾਂ ਕੋ ਕੋਠੀ ਮੰਗ ਲਈ, ਮਜੀਠੀਏ ਕੋ ਕੋਠੀ ਮੰਗ ਲਈ, ਸੁਖਜਿੰਦਰ ਸਿੰਘ ਰੰਧਾਵਾ, ਰਾਜਾ ਵੜਿੰਗ ਤੇ ਪ੍ਰਗਟ ਸਿੰਘ ਕੋ ਗੱਡੀ ਮੰਗ ਲਈ। ਪਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਹੁਤਾ ਇਹ ਫੈਸਲਾ ਪਸੰਦ ਨਹੀਂ ਆਇਆ। ਗੱਲ ਇਹ ਹੈ ਜੀ, ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਕਿ ਮੈਨੂੰ ਪਤਾ ਨਹੀਂ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਮੇਰੇ ਵੀ ਜਿਵੇਂ ਖਿੱਚ ਕੇ ਕਿਸੇ ਨੇ ਗੱਲ ਕੀਤੀ ਹੋਵੇ ਇਸ ਤਰ੍ਹਾਂ ਦਾ ਜਵਾਬ ਇੱਕਦਮ, ਜਿਵੇਂ ਉਹਨਾਂ ਨੇ ਕਹਿੰਦੇ ਮੈਨੂੰ ਪੰਜਾਬੀ ਦੇ ਟੀਵੀ ਚੈਨਲਾਂ ਤੋਂ ਪਤਾ ਲੱਗਾ ਕਿ ਮੈਨੂੰ ਕੋਈ ਨੋਟਿਸ ਭੇਜਿਆ ਗਿਆ ਇਸ ਤਰ੍ਹਾਂ ਦਾ ਤੇ ਤੁਹਾਨੂੰ ਫਿਜ਼ੀਕਲੀ ਨੋਟਿਸ ਅਜੇ ਮਿਲਿਆ ਨਹੀਂ ਤੇ ਮੈਂ ਹੁਣ ਗੱਡੀ ਵਾਪਸ ਦੇਣ ਦਾ ਫੈਸਲਾ ਕਰ ਰਿਹਾ। ਤੇ ਜੇ ਗੱਡੀ ਚਾਹੀਦੀ ਸੀ ਤਾਂ ਆਪਣਾ ਡਰਾਈਵਰ ਭੇਜ ਦਿੰਦੇ। ਡਰਾਈਵਰ ਵੀ, ਜੇ ਤੁਹਾਨੂੰ ਗੱਡੀ ਮਿਲੀ ਤਾਂ ਡਰਾਈਵਰ ਵੀ ਸਰਕਾਰੀ ਮਿਲਿਆ ਹੀ ਹੋਵੇਗਾ। ਤੇ ਜੇ ਸਰਦਾਰ ਜੀ ਤੁਸੀਂ ਜਿਹੜੀ ਗੱਡੀ ਵਰਤ ਰਹੇ ਹੋ ਇਨੋਵਾ ਦਾ ਟੌਪ ਮਾਡਲ ਕ੍ਰਿਸਟਾ ਦਾ ਜਿਹੜਾ ਹੈ, ਉਹ ਤੁਹਾਨੂੰ ਵਿਧਾਇਕ ਦੇ ਤੌਰ ਤੇ ਨਹੀਂ ਸੀ ਮਿਲੀ, ਉਹ ਮੰਤਰੀ ਦੇ ਵਾਸਤੇ ਮਿਲੀ ਹੋਈ ਗੱਡੀ ਸੀ ਕਿਉਂਕਿ ਤੁਸੀਂ ਮੰਤਰੀ ਸੋ। ਤੇ ਜੇ ਤੁਸੀਂ ਸਮਝਦੇ ਸੀ ਠੀਕ ਵਿਧਾਇਕ ਤੇ ਭਾਵੇਂ ਚੁਣੇ ਗਏ ਤੁਸੀਂ, ਪਰ ਕਰਾਰੀ ਹਾਰ ਹੋਈ ਜੇ ਗੱਡੀ ਵਾਪਸ ਕਰ ਵੀ ਦਿੰਦੇ, ਬੜੇ ਸਰਦਾਰ ਹੋ, ਇੰਨੇ ਸਮਰੱਥ ਹੋ ਤੁਸੀਂ, ਕੋਈ ਇਹੋ ਜਿਹੀ ਗੱਲ ਨਹੀਂ ਸੀ। ਉਹਨਾਂ ਨੂੰ ਗੱਡੀ ਪਹਿਲਾਂ ਹੀ ਵਾਪਸ ਕਰ ਦੇਣੀ ਚਾਹੀਦੀ ਸੀ, ਪਰ ਇਹ ਰਿਵਾਜ ਨਹੀਂ ਹੈ ਸਾਡੇ ਮੁਲਕ ਦੇ ਵਿੱਚ। ਫਿਰ ਗੱਲ ਹੋਈ ਜੀ, ਇਸ ਨੂੰ ਖਿੱਚਿਆ ਜਾਂਦਾ ਕਿ ਵੱਧ ਤੋਂ ਵੱਧ ਸਰਕਾਰੀ ਰਿਸੋਰਸਿਸ ਨੂੰ ਵੱਧ ਤੋਂ ਵੱਧ ਵਰਤ ਲਿਆ ਜਾਵੇ ਜਿੰਨੀ ਦੇਰ ਤੱਕ ਕੋਈ ਪੁੱਛਦਾ ਨਹੀਂ। ਤੇ ਹੁੰਦੀ ਵੀ ਅੱਜ ਤੱਕ ਇਦਾਂ ਹੀ ਆਈ ਹੈ, ਇਸੇ ਤਰ੍ਹਾਂ ਹੀ ਹੋਇਆ। ਮੈਂ ਪਹਿਲਾਂ ਵੀ ਬਹੁਤ ਵਾਰੀ ਇਸ ਦੀਆਂ ਗੱਲਾਂ ਅਸੀਂ ਸਾਂਝੀਆਂ ਕੀਤੀਆਂ ਨੇ ਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਸਥਿਤੀਆਂ ਆਈਆਂ ਨੇ ਕਿ ਜਦੋਂ ਕੋਠੀਆਂ, ਸਰਕਾਰੀ ਕੋਠੀਆਂ, ਅੱਜ ਵੀ ਕਈ ਪੰਜਾਬ ਦੇ ਸਾਬਕਾ ਮੰਤਰੀ ਤੇ ਮੁੱਖ ਮੰਤਰੀ ਜਿਹੜੇ ਨੇ ਕੋਠੀਆਂ ਦੱਬੀ ਬੈਠੇ ਨੇ। ਇਹ ਸਮਾਨ ਵੀ ਦੱਬ ਲੈਂਦੇ ਜੀ, ਸਮਾਨ ਵੀ ਦੱਬ ਲੈਂਦੇ। ਸਮਾਨ ਦੇ ਬਾਰੇ ਸਪਸ਼ਟੀਕਰਨ ਦੇਣੇ ਵੀ ਕਿੰਨੀ ਕੁ ਵੱਡੀ ਗੱਲ ਹੈ। ਜੇ ਤੁਸੀਂ ਰਾਜ ਸੱਤਾ ਭੋਗੀ ਹੈ ਤੇ ਫਿਰ ਛੱਡ ਦਿਓ ਸਮਾਨ ਨੂੰ। ਇਹ ਕੁਰਸੀਆਂ, ਟੇਬਲ, ਡਾਈਨਿੰਗ ਟੇਬਲ ਕੀ ਕਰਨੇ ਨੇ ਤੁਸੀਂ? ਟੀਵੀ ਹੋ ਗਿਆ, LCD ਹੋ ਗਿਆ, ਕਿੰਨੀਆਂ ਕੁ ਗੱਲਾਂ ਨੇ ਉਹ ਬਹੁਤ ਨਗੂਣੀਆਂ ਛੋਟੀਆਂ ਗੱਲਾਂ ਨੇ। ਗੱਡੀ ਵੀ ਕੀ ਹੈ, ਇਹ ਬਹੁਤ ਵੱਡੀਆਂ ਫੈਸਿਲਿਟੀਜ਼ ਰਹੀਆਂ ਨੇ। ਜੇ ਅੱਜ ਸਰਕਾਰ ਤੁਹਾਡੀ ਨਹੀਂ ਹੈ ਤੇ ਜੇ ਤੁਸੀਂ ਠੀਕ ਸਮਝਦੇ ਸੀ, ਤੁਹਾਨੂੰ ਨਿਯਮਾਂ ਦਾ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ, ਉਹ ਤੁਹਾਨੂੰ ਵਾਪਸ ਕਰ ਦੇਣੇ ਚਾਹੀਦੇ ਸੀ। ਔਰ ਬਿਕਰਮਜੀਤ ਮਜੀਠੀਆ ਦੀ ਜਿਹੜੀ ਗੱਲ ਹੈ, ਗਨੀਵ ਮਜੀਠੀਆ ਉਹ ਤੀਸਰੀ ਵਿਧਾਇਕ ਆ ਅਕਾਲੀ ਦਲ ਦੀ, ਮਾਝੇ ਵਿੱਚੋਂ ਇੱਕ ਮਜੀਠਾ ਹਲਕੇ ਤੋਂ। ਤੇ ਉਹ ਬੀਬੀ ਜੀ ਅਜੇ ਤੱਕ ਵਿਧਾਨ ਸਭਾ ਦੀ ਸਹੁੰ ਚੁੱਕਣ ਨਹੀਂ ਗਏ, ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ। ਪਹਿਲੀ ਤਾਂ ਗੱਲ ਇਹ ਆ, ਭਾਵੇਂ ਤੁਹਾਡੀ ਗਿਣਤੀ ਘੱਟ ਹੈ, ਉੱਥੇ 3 ਵਿਧਾਇਕ ਨੇ, ਚੌਥਾ ਬਸਪਾ ਦਾ ਹੈ, ਫੇਰ ਵੀ ਇੱਕ ਡਿਊਟੀ ਤਾਂ ਬਣਦੀ ਹੈ ਨਾ। ਤੁਸੀਂ ਬਾਹਰ ਬੈਠ ਕੇ ਪ੍ਰੈਸ ਕਾਨਫਰੰਸਾਂ ਸੁਖਬੀਰ ਬਾਦਲ ਕਰ ਰਹੇ ਨੇ, ਤਾਂ ਜਿਹੜੇ 3 ਚੁਣੇ ਗਏ ਨੇ, ਜੇ ਆਮ ਲੋਕਾਂ ਨੂੰ ਮੈਂ ਪੁੱਛ ਲਵਾਂ ਕਿਸੇ ਨੂੰ ਜਾ ਕੇ ਕਿ ਉਹਨਾਂ ਦੇ ਨਾਮ ਦੱਸੋ, ਤੇ ਸ਼ਾਇਦ ਮਨਪ੍ਰੀਤ ਅਜਾਲੀ ਤੇ ਗਨੀਵ ਤੋਂ ਬਿਨਾਂ ਕਿਸੇ ਦੂਸਰਿਆਂ ਦੇ ਨਾਮ ਵੀ ਨਾ ਕਿਸੇ ਨੂੰ ਆਉਣ। ਹੁਣ ਇਹ ਹਾਲਤ ਤੇ ਇਸ ਤਰ੍ਹਾਂ ਦੀ ਹੋਈ ਪਈ, ਤੇ ਜੇ ਤੁਹਾਡੀ ਗਿਣਤੀ ਘੱਟ ਹੈ ਤੇ ਉਹ ਵੀ ਹਾਜ਼ਰੀ ਨਾ ਲਵਾਉਣ, ਫਿਰ ਤੁਸੀਂ ਕਿਹੜੀ ਗਿਣਤੀ ਵਿੱਚ ਰਹਿ ਜਾਵੋਗੇ? ਤੇ ਕੋਠੀ ਖਾਲੀ ਕਰਦੇ ਨੇ। ਕੋਠੀ ਖਾਲੀ ਕਰਨ ਦਾ ਤਕਨੀਕੀ ਪੁਆਇੰਟ ਮਜੀਠੀਆ ਸਾਹਿਬ ਅੰਦਰ ਬੈਠੇ ਸਮਝਾਈ ਜਾਂਦੇ ਨੇ। ਕਹਿੰਦੇ ਮੇਰੇ ਕੋਲੇ ਕੋਠੀ ਸਰਕਾਰੀ ਦੀ, ਮੈਂ ਵਿਧਾਇਕ ਸੀ ਤੇ ਇਹੋ ਕੋਠੀ ਮੇਰੀ ਵਾਈਫ ਨੂੰ ਤੁਸੀਂ ਦੇ ਦਿਓ। ਪਰ ਉਹ ਤੇ ਸਹੁੰ ਚੁੱਕਣ ਜਾਣਗੇ ਤੇ ਫਿਰ ਉਹ ਜਿਹੜਾ MLA ਵਜੋਂ ਰਜਿਸਟਰਡ ਹੋਣਗੇ, ਉਹ ਵਿਧਾਨ ਸਭਾ ਮੈਂਬਰ ਵਜੋਂ, ਤੇ ਫਿਰ ਹੀ ਉਹਨਾਂ ਨੂੰ ਕੋਠੀ ਜਾਂ ਜਿਹੜੀ ਚੀਜ਼ ਅਲਾਟ ਹੋਣੀ ਹੈ, ਜਾਂ MLA ਫਲੈਟ ਜਿਹੜਾ ਮਿਲਦਾ ਉਹ ਮਿਲੇਗਾ, ਜਾਂ MLA ਹੋਸਟਲ ਵਿੱਚ ਸਸਤਾ ਦਾਖਲਾ ਮਿਲੇਗਾ। ਸਾਰੀਆਂ ਚੀਜ਼ਾਂ, ਫੈਸਿਲਿਟੀਜ਼ ਇੱਕ ਜ਼ਿੰਮੇਵਾਰੀ ਲੈਣ ਤੋਂ ਬਾਅਦ ਮਿਲਦੀਆਂ ਨੇ। ਹੁਣ ਫੈਸਿਲਿਟੀਜ਼ ਤੁਸੀਂ ਸਾਰੀਆਂ ਲੈਣੀ ਚਾਹੁੰਦੇ ਹੋ ਔਰ ਜ਼ਿੰਮੇਵਾਰੀ ਤੁਸੀਂ ਸਮਝਦੇ ਨਹੀਂ, ਤਾਂ ਤੁਹਾਨੂੰ ਆਪਣੇ ਹੱਕਾਂ ਦਾ ਪਤਾ ਹੈ, ਤੇ ਪਰ ਜਿਹੜੇ ਕੰਮ ਤੁਸੀਂ ਕਰਨੇ ਨੇ ਉਹਨਾਂ ਦਾ ਤੁਹਾਨੂੰ ਅੰਦਾਜ਼ਾ ਨਹੀਂ ਹੈ। ਇਸ ਤਰ੍ਹਾਂ ਦੀਆਂ ਉਦਾਹਰਨਾਂ ਇੱਕ ਨਹੀਂ। ਪ੍ਰਗਟ ਸਿੰਘ ਨੇ ਵੀ ਇੱਕ ਵਾਰੀ ਸ਼ਗੂਫਾ ਛੱਡ ਦਿੱਤਾ ਕਿ ਫਾਰਚੂਨਰ ਗੱਡੀਆਂ ਖਰੀਦਣੀਆਂ ਨੇ। ਉਹ ਸਵੇਰ ਨੂੰ ਛੱਡਿਆ ਤੇ ਦੁਪਹਿਰ ਤੱਕ ਉਹ ਐਸਾ ਪੁੱਠਾ ਪਿਆ, ਤੇ ਮੈਂ ਤੇ ਉਸ ਤੋਂ ਬਾਅਦ ਪ੍ਰਗਟ ਸਿੰਘ ਦਾ ਕੋਈ ਬਿਆਨ ਨਹੀਂ ਸੁਣਿਆ। ਤੁਸੀਂ ਸੁਣਿਆ ਹੋਵੇ ਤਾਂ ਮੈਨੂੰ ਪਤਾ ਨਹੀਂ। ਅਜੇ ਹੋਰ ਨਾ ਕਈਆਂ ਤੇ ਵੀ ਗਾਜ ਡਿੱਗ ਸਕਦੀ ਹੈ। ਬਹੁਤ ਚੰਗਾ ਹੋਵੇਗਾ ਕਿ ਕਿਰਕਰੀ ਕਰਵਾਉਣ ਨਾਲੋਂ ਤੇ ਗੱਡੀਆਂ ਵਾਪਸ ਕਰ ਦੇਣ। ਕਿਹੜੇ ਵਿਧਾਇਕ ਕੋਲ ਇਹੋ ਜਿਹੀ ਸਥਿਤੀ ਹੈ ਵੀ ਉਹ ਗੱਡੀ ਆਪਣੀ ਪ੍ਰਾਈਵੇਟ ਨਹੀਂ ਵਰਤ ਸਕਦਾ ਤੇ ਉਹਦੇ 'ਚ ਤੇਲ ਨਹੀਂ ਪਵਾ ਸਕਦਾ? ਮੈਂ ਇਸ ਗੱਲ ਨੂੰ ਅੱਜ ਤੱਕ ਸਮਝਣ ਤੋਂ ਅਸਮਰੱਥ ਹਾਂ। ਗੱਡੀਆਂ ਸਾਰਿਆਂ ਦੇ ਕੋਲ ਨੇ, 2-2, 3-3, 4-4, 5-5, ਤੇ ਕਈਆਂ ਕੋਲ ਤੇ ਪਤਾ ਹੀ ਨਹੀਂ, ਉਹਨਾਂ ਨੂੰ ਹਿਸਾਬ ਵੀ ਨਹੀਂ ਹੋਵੇਗਾ ਕਿ ਸਾਡੇ ਕੋਲ ਕਿੰਨੀਆਂ ਗੱਡੀਆਂ ਤੇ ਕਿੰਨੇ ਟਰੈਕਟਰ ਨੇ ਤੇ ਕਿੰਨਾ ਕੁ ਅਮਲਾ ਫੈਲਾ ਤੇ ਕਿਸ ਤਰ੍ਹਾਂ ਦਾ ਸਿਸਟਮ ਹੈ। ਆਮ ਲੋਕਾਂ ਵਾਸਤੇ ਵੀ ਛੱਡ ਦਿਓ ਕੁਛ, ਪੰਜਾਬ ਦੇ ਰਿਸੋਰਸਿਸ ਨੂੰ ਜੇ ਸਹੀ ਸਮਝਦੇ ਹੋ ਤੇ ਉਹਨਾਂ ਲੋਕਾਂ ਨੂੰ ਵਰਤਣ ਦਿਓ ਜਿਹੜੇ ਲੋਕਾਂ ਨੇ ਚੁਣ ਕੇ ਭੇਜੇ ਨੇ, ਉਹ ਡਿਸਾਈਡ ਕਰਨ। ਤੁਸੀਂ ਖਿੱਚਦੇ ਕਿਉਂ ਇਸ ਗੱਲ ਤੋਂ? ਚੰਗੀ ਗੱਲ ਹੈ ਕਿ ਵਾਪਸ ਆਪਣੇ ਆਪ ਕਰ ਦਿੱਤਾ ਜਾਵੇ, ਹੋਰ ਕਿਰਕਰੀ ਨਾ ਕਰਵਾਉਣ। ਜੀ, DAP ਖਾਦ ਦੀ ਕੀਮਤ ਦੇ ਪਿੱਛੇ ਕੀ ਕਹਾਣੀ ਆ ਉਹ ਵੀ ਤੁਹਾਨੂੰ ਦੱਸਦੇ ਹਾਂ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਕੁਝ ਦਿਨ ਪਹਿਲਾਂ ਖਬਰ ਆਈ ਕਿ DAP ਖਾਦ ਦੀ ਕੀਮਤ ਜਿਹੜੀ ਕੇਂਦਰ ਨੇ ਇੱਕਦਮ ਚੁੱਪ-ਚਪੀਤੀ ਵਧਾਤੀ, ਤੇ ਹੁਣ ਖਬਰ ਆਈ ਕਿ ਸਬਸਿਡੀ ਵਧਾਤੀ। ਸੱਚੀ ਕਿਸਾਨਾਂ ਸਿਰੋਂ ਬੋਝ ਲੱਥ ਗਿਆ ਜਾਂ ਕਹਾਣੀ ਕੋਈ ਹੋਰ ਹੈ ਇਹਦੇ ਪਿੱਛੇ? ਕਹਾਣੀ ਤੇ ਸਰਕਾਰ ਹੀ ਜਾਣਦੀ ਹੈ।
ਇਹ ਡਾਈਮੋਨੀਅਮ ਫਾਸਫੇਟ ਜਿਹੜੀ ਫਰਟੀਲਾਈਜ਼ਰ ਹੈ ਸਭ ਤੋਂ ਇੰਪੋਰਟੈਂਟ ਹੈ ਕਿਸਾਨਾਂ ਵਾਸਤੇ ਜੀ। ਦੇਖੋ ਗੱਲ ਇਹ ਆ ਕਿ ਇਸ ਦੀ ਕੀਮਤ ਸਰਕਾਰਾਂ ਤੇ ਇਹ ਕਹਿੰਦੀਆਂ ਰਹੀਆਂ ਕਿ ਸਾਡੇ ਵੱਸ ਨਹੀਂ, ਅੰਤਰਰਾਸ਼ਟਰੀ ਮਾਰਕੀਟ ਵਿੱਚੋਂ ਸਾਨੂੰ ਟੋਟਲ ਖਰੀਦਣੀ ਪੈਂਦੀ ਹੈ, ਕੋਈ ਕਾਂਡਲਾ ਤੋਂ ਆਉਂਦੀ ਹੈ, ਕੋਈ ਕਲਕੱਤੇ ਤੋਂ ਆਉਂਦੀ ਹੈ, ਸਾਰੀਆਂ ਬੰਦਰਗਾਹਾਂ ਦੇ ਰਸਤੇ ਉਹ ਸਮੁੰਦਰੀ ਜਹਾਜ਼ ਭਰ ਕੇ ਇਸ ਫਰਟੀਲਾਈਜ਼ਰ ਦੇ ਆਉਂਦੇ ਨੇ ਤੇ ਸਾਡੇ ਕੰਟਰੋਲ ਤੋਂ ਬਾਹਰ ਹੈ। ਅੰਤਰਰਾਸ਼ਟਰੀ ਮਾਰਕੀਟ ਵਿੱਚ ਜਦੋਂ ਕੀਮਤਾਂ ਵੱਧ ਜਾਂਦੀਆਂ ਨੇ ਤੇ ਫਿਰ ਸਾਨੂੰ ਇਹ ਖਰੀਦਣੀ ਪੈਂਦੀ ਮਹਿੰਗੀ। ਰਹੀ ਗੱਲ ਸਬਸਿਡੀ ਦੀ, ਸਬਸਿਡੀ ਬਾਰੇ ਸਰਕਾਰ ਨੇ ਇਹ ਜਿਹੜਾ ਇੱਕ ਚੇਤਾਵਨਾ ਸ਼ੁਰੂ ਕੀਤਾ ਲੋਕਾਂ ਨੂੰ, ਵੈਸੇ ਇਹ ਵਸਤ ਜਿਹੜੀ ਤੁਹਾਨੂੰ ਦੇ ਰਹੇ ਆ ਇਹਦੀ ਅਸਲ ਕੀਮਤ ਆ ਹੈ ਤੇ ਪਰ ਤੁਹਾਨੂੰ ਅਸੀਂ ਆਪਣੇ ਕੋਲੋਂ ਦੇ ਰਹੇ ਹਾਂ। ਹਰ ਬੈਗ ਦੇ ਉੱਤੇ 600 700 800 1000 1200 ਰੁਪਇਆ ਲਿਖ ਦਿੱਤਾ ਜਾਂਦਾ ਹੈ ਕਿ ਆ ਭਾਈ ਇਹ ਕੀਮਤ ਹੈ ਜੀ। ਹੁਣ ਗੱਲ ਇਹ ਹੈ ਕਿ ਸਰਕਾਰ ਨੇ ਜੇ ਫੈਸਲਾ ਕਰਨਾ ਹੀ ਸੀ ਕਿ 150 ਵਧਾਉਣੀ ਹੈ, ਕੀ 150 ਵਾਲਾ ਟੀਕਾ ਲਾ ਕੇ ਤੇ ਲੋਕਾਂ ਨੂੰ ਚੈੱਕ ਕੀਤਾ ਗਿਆ ਕਿ 2-3 ਦਿਨ ਬਾਅਦ ਹੁਣ ਦੇਖਾਂਗੇ ਕਿ ਸਬਸਿਡੀ ਵੀ ਅਸੀਂ ਵਧਾਵਾਂਗੇ ਤੇ ਹੋ ਸਕਦਾ ਹੈ ਕਿ ਇਹ 1100 ਨਹੀਂ ਇਹ 1300 ਹੋ ਜਾਵੇ ਤੇ ਵਿੱਚੋਂ 150 ਘਟਾ ਲਵਾਂਗੇ ਫਿਰ 50 ਪਾ ਦੇਵਾਂਗੇ। ਅਸਲ ਵਿੱਚ ਮੈਨੂੰ ਜੋ ਜਾਪਦਾ ਹੈ ਜੇ ਅਸੀਂ ਕੁਝ ਚੀਜ਼ਾਂ ਦੀ ਹੋਰਨਾਂ ਕੀਮਤਾਂ ਨੂੰ ਵੀ ਮੋਨੀਟਰ ਕਰੀਏ ਤੇ ਇਸੇ ਪੈਟਰਨ ਤਹਿਤ ਲੋਕਾਂ ਨੂੰ ਭੰਬਲ ਭੂਸੇ ਵਿੱਚ ਲਿਆ ਕੇ ਜਿਹੜਾ ਹੈ ਨਾ ਉਹ ਫਿਰ ਇੱਕ ਪਲੇਟਫਾਰਮ ਤੇ ਲੈ ਆਂਦਾ। ਜਦੋਂ ਲੋਕ ਕਹਿੰਦੇ ਨੇ, ਉਹ ਜਦੋਂ ਆਮ ਬੰਦੇ ਨੂੰ ਕੋਈ ਪੁੱਛਦਾ ਮੈਨੂੰ ਤਾਂ ਪਤਾ ਨਹੀਂ ਇਹ ਕੀ ਹੋ ਰਿਹਾ, ਇਹ ਦੇਖੋ ਕੀ ਅਸਲ ਕਹਾਣੀ ਕੀ ਹੈ। ਬੈਗ ਦੇ ਉੱਪਰ ਕਿਸੇ ਸਟੇਟ ਦੀ ਕੋਈ ਕੀਮਤ ਹੈ, ਕਿਸੇ ਦੀ ਕੋਈ ਕੀਮਤ ਹੈ, ਸਟੇਟ ਦੀ ਕੋਈ ਹੈ, ਕਿਸੇ ਦੀ ਪੰਜਾਬ ਦੀ ਹੋਰ ਹੈ, ਗੁਜਰਾਤ ਦੀ ਹੋਰ ਹੈ, ਮਹਾਰਾਸ਼ਟਰ ਦੀ ਹੋਰ ਹੈ ਜੀ। ਇੰਨੀ ਡਿਟੇਲ ਔਰ ਇੰਨਾ ਜ਼ਿਆਦਾ ਉਸ ਸਿਸਟਮ ਨੂੰ ਕਨਫਿਊਜ਼ਿੰਗ ਬਣਾ ਕੇ ਰੱਖਣਾ ਇਹ ਸਰਕਾਰਾਂ ਦੇ ਹਮੇਸ਼ਾ ਹਿੱਤ ਵਿੱਚ ਕੰਮ ਕੀਤਾ ਇਸ ਚੀਜ਼ ਨੇ। ਪਰ ਯਾਦ ਰੱਖਣ ਵਾਲੀ ਗੱਲ ਹੈ, ਕਿਸਾਨਾਂ ਨੂੰ ਚੇਤਾਵਨੀ ਵੀ ਆ ਕਿ ਇਹ DAP ਸਸਤਾ ਨਹੀਂ ਜੇ ਹੋਣਾ, ਇਸ ਦੀ ਕੀਮਤ ਆਉਣ ਵਾਲੇ ਸਾਲਾਂ 'ਚ ਵਧੇਗੀ ਹੀ ਵਧੇਗੀ। ਕਮੋਡਿਟੀ ਪ੍ਰਾਈਸਿਸ ਦੀ ਗੱਲ ਹੈ। ਪਰ ਇੱਕ ਗੱਲ ਮੈਂ ਜੋੜਨੀ ਚਾਹੁੰਦਾ ਸਵਲੀਨ ਇੱਥੇ ਜੀ, ਅਜੇ 4 ਦਿਨ ਦੀ ਤਾਂ ਜਮਾ ਗੱਲ ਹੈ। ਕੋਈ ਨਰਿੰਦਰ ਤੋਮਰ ਕਹਿ ਰਹੇ ਸੀ ਕਿ ਰਸਾਇਣਾਂ ਦੀ ਵਰਤੋਂ ਕਰਕੇ ਕਿਸਾਨ ਜ਼ਹਿਰ ਵਾਲੀ ਚੀਜ਼ਾਂ ਸਾਨੂੰ ਖਵਾਉਂਦੇ ਨੇ ਤੇ ਆਪ ਖਾਂਦੇ ਨਹੀਂ ਪਏ। ਲਾਲਚੀ ਨੇ ਕਿਸਾਨ ਲਾਲਚੀ ਹੋ ਗਏ ਤੇ ਸਰਕਾਰਾਂ ਨੇ ਕੀ ਜ਼ਿੰਮੇਵਾਰੀ ਨਿਭਾਈ ਅਜੇ ਤੱਕ। ਅੱਜ ਤੁਸੀਂ ਇੱਕ ਵਾਰੀ ਤੁਸੀਂ DAP ਦੀ ਕੀਮਤ ਵਧਾ ਰਹੇ ਹੋ ਤੇ ਹੁਣ ਤੁਸੀਂ 4 ਦਿਨਾਂ ਬਾਅਦ ਉੱਤੇ ਸਬਸਿਡੀ ਜਾਰੀ ਕਰ ਰਹੇ ਹੋ। ਇਹ ਤਾਂ ਫਿਰ ਕਿਸਾਨਾਂ ਨੂੰ ਰਸਾਇਣ ਵਾਲੇ ਪਾਸੇ ਲਾਉਣ ਵਾਲੀ ਗੱਲ ਆ। ਤੁਸੀਂ ਉਹਨਾਂ ਨੂੰ ਇਹ ਕਹੋ ਭਾਈ ਕਣਕ ਦੀ ਬਿਜਾਈ ਵਾਸਤੇ ਜੇ ਤੁਹਾਨੂੰ 2 ਬੋਰੇ ਬੈਗ DAP ਦੇ ਪਾਉਣ ਦੀ ਲੋੜ ਹੈ, ਅਸੀਂ ਤੁਹਾਨੂੰ ਉਹਦੇ ਤੇ ਸਬਸਿਡੀ ਨਹੀਂ ਦੇਣੀ, ਅਸੀਂ ਕਣਕ ਦੀ ਕੀਮਤ ਵਿੱਚ 200 ਰੁਪਈਆ ਪਾ ਰਹੇ ਹਾਂ ਪਰ DAP ਤੁਹਾਨੂੰ ਮਹਿੰਗਾ ਮਿਲੇਗਾ ਜੀ। ਕਿਸਾਨ ਬੇਵਕੂਫ ਤਾਂ ਨਹੀਂ। ਜੇ ਉਹਨਾਂ ਨੂੰ ਫਸਲ ਦਾ ਮੁੱਲ ਪੂਰਾ ਮਿਲੇ, ਫਸਲ ਦਾ ਤੇ ਪ੍ਰਪੋਰਸ਼ਨੇਟ ਵਿੱਚ ਬਹੁਤ ਥੋੜਾ ਵਧਾਉਣ ਦੀ ਲੋੜ ਹੈ। ਕਣਕ ਦਾ ਇਸ ਵਾਰੀ ਝਾੜ ਘੱਟ ਨਿਕਲਿਆ, ਸਰਕਾਰ ਕਿਸਾਨਾਂ ਨੂੰ ਮਦਦ ਦੀ ਲੋੜ ਸੀ ਜੀ, ਪਰ ਉਲਟਾ ਸ਼ਗੂਫੇ ਛੱਡੇ ਜਾ ਰਹੇ ਨੇ। ਵਧਾ ਦਿੱਤੀ ਘਟਾ ਲਈ, ਵਧਾ ਦਿੱਤੀ ਘਟਾ ਲਈ। ਇਸ ਦੀ ਗੱਲ ਕਰਨ ਦੀ ਕੀ ਲੋੜ ਸੀ? ਜੇ ਅਸੀਂ ਔਸਤਨ ਲਾ ਲਈਏ ਭਈ 18 ਕੁਇੰਟਲ ਕਣਕ ਜਿਹੜੀ ਹੈ ਉਹ ਆਮ ਹਾਲਾਤਾਂ ਦੇ ਵਿੱਚ ਕਿੱਲੇ ਦੀ ਨਿਕਲਦੀ ਹੈ ਜੀ, ਤੇ 2 ਬੈਗ DAP ਦੀ ਕੀਮਤ ਜੇ ਉਹਨਾਂ ਕੋਲੋਂ 500 ਰੁਪਇਆ ਵੀ 250 ਰੁਪਏ ਬੈਗ ਦੇ ਹਿਸਾਬ ਨਾਲ ਵੱਧ ਉਗਰਾ ਲਿਆ ਜਾਵੇ ਤੇ 20 ਦੇ ਪਿੱਛੇ ਜੇ ਕੁਇੰਟਲ ਦੇ 25 ਰੁਪਏ ਵੀ 15 25 ਜਾਂ 30 ਰੁਪਏ ਵੀ ਵਧਾ ਦਿੱਤੇ ਜਾਣ ਤੇ ਕਿਸਾਨ ਦੇ ਪੈਸੇ ਪੂਰੇ ਹੋ ਰਹੇ ਨੇ ਜੀ। ਬਿਲਕੁਲ ਉਹ ਵਧਾਉਣੇ ਨਹੀਂ ਆਪਾਂ। ਉਹਨਾਂ ਨੂੰ ਨਿਹੋਰਾ ਵੀ ਮਾਰ ਰਹੇ ਆ ਕਿ ਤੁਸੀਂ ਰਸਾਇਣ ਵੱਧ ਪਾ ਰਹੇ ਹੋ, ਤੁਸੀਂ ਮਹਿੰਗਾ ਦਿਓ, ਲੋਕ DAP ਦੀ ਵਰਤੋਂ ਘੱਟ ਕਰਨ ਪਰ ਫਸਲ ਦੀ ਕੀਮਤ ਤੇ ਪੂਰੀ ਦਿਓ ਨਾ। ਲੋਕੀ ਕਦੀ ਇਹ ਵੀ ਤੇ ਕਹਿੰਦੇ ਅਸੀਂ ਕਿਸਾਨਾਂ ਨੂੰ ਖੁਸ਼ਹਾਲ ਕਰਨਾ, ਕਿੱਦਾਂ ਕਰਨਾ ਉਹ ਅਜੇ ਤੱਕ ਨਹੀਂ ਪਤਾ। ਉਹ ਨਹੀਂ ਹੋ ਸਕਣਾ। 2022 ਵਾਲਾ ਸਮਾਂ ਗਿਆ, ਕਿਸਾਨਾਂ ਦੀਆਂ ਖੁਦਕੁਸ਼ੀਆਂ ਅੱਗੇ ਨਾਲੋਂ ਵੀ ਵੱਧ ਗਈਆਂ। ਮਾੜੇ ਝਾੜ ਨੇ ਪੰਜਾਬ ਦੇ ਵਿੱਚ ਇਸ ਵਾਰੀ ਕਿਸਾਨਾਂ ਨੂੰ ਫਿਰ ਰੱਸੇ ਜਿਹੜੇ ਫਾਹੇ ਵਾਲੇ ਗਲ 'ਚ ਪਾਉਣ ਲਈ ਮਜਬੂਰ ਕਰ ਦਿੱਤਾ। ਬਦਕਿਸਮਤੀ ਹੈ। ਦੇਖੋ ਕਿੱਧਰ ਨੂੰ ਜਾ ਰਹੇ ਆ। ਮੋਗੇ ਦੀ ਮੰਡੀ ਵਿੱਚ ਤੁਸੀਂ ਹੁਣ ਟਰੈਕਟਰਾਂ ਦੀ ਲਾਈਨ ਦੇਖ ਲਿਓ, ਲੰਬੀ ਹੋਰ ਹੋ ਜਾਵੇਗੀ। ਜਿੱਥੇ ਜਿਹੜੇ ਪੁਰਾਣੇ ਟਰੈਕਟਰ ਵਿਕਾਊ ਆਉਂਦੇ ਨੇ, ਨਵੇਂ ਵਰਗੇ ਵਿਕਣਗੇ ਉੱਥੇ। ਹਾਲਾਤ ਤੇ ਇਹ ਨੇ, ਕਿਸਾਨ ਦੀ ਹਾਲਾਤ ਦਾ ਸਰਕਾਰ ਨੂੰ ਅੰਦਾਜ਼ਾ ਹੈ ਪਰ ਕਿਸਾਨ ਤੇ ਉਸ ਤੇ ਅਹਿਸਾਨ ਕੀਤਾ ਜਾ ਰਿਹਾ ਹੈ ਕਿ ਤੁਹਾਨੂੰ ਅਸੀਂ DAP ਸਸਤੀ ਦੇ ਰਹੇ ਹਾਂ, ਸਬਸਿਡੀ ਅਸੀਂ ਹੋਰ ਵਧਾ ਦਿੱਤੀ ਹੈ, ਫਸਲ ਦਾ ਮੁੱਲ ਨਹੀਂ ਦੇਣਾ ਕਿਸੇ ਨੇ। ਅਸੀਂ ਗੱਲ ਕਰ ਰਹੇ ਹਾਂ ਮੋਦੀ ਸਰਕਾਰ ਦੀ, ਕੇਂਦਰ ਸਰਕਾਰ ਦੀ। ਤੇ ਕੱਲ ਮੋਦੀ ਸਾਹਿਬ ਨੇ ਇੱਕ ਹੋਰ ਸ਼ਗੂਫਾ ਛੱਡਿਆ। ਉਹ ਕਹਿੰਦੇ ਜੇ ਤੇਲ ਸਸਤਾ ਚਾਹੁੰਦੇ ਆ, ਪੈਟਰੋਲ ਡੀਜ਼ਲ ਸਸਤਾ ਚਾਹੁੰਦੇ ਆ ਤੇ ਸੂਬੇ ਜਿਹੜੇ ਉਹ ਆਪਣਾ ਵੈਟ ਕਢਾਉਣ। ਕੀ ਆਪਣੇ ਗਲੋਂ ਗੁਲਾਮਾਂ ਲਾ ਕੇ ਦੂਜੇ ਗਲ ਪਾ ਰਹੇ? ਉਹਨਾਂ ਦੀ ਇੱਕ ਸਪੀਚ ਹੈ, ਪੈਟਰੋਲ ਕੇ ਦਾਮ ਕਮ हुए कि नहीं हुए, डीजल के दाम कम हुए कि नहीं हुए। ਹੱਦ ਹੋ ਗਈ। ਉਹ ਕਿੱਥੋਂ ਹੋ ਗਿਆ ਕੰਮ? ਅੰਤਰਰਾਸ਼ਟਰੀ ਮਾਰਕੀਟ ਦੇ ਕੰਪੈਰੀਜ਼ਨ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਜੋ ਬੈਰਲ ਦੀ ਪ੍ਰਤੀ ਬੈਰਲ ਬ੍ਰੈਂਟ ਕਰੂਡ ਦੀ ਜਾਂ ਜਿਹੜਾ ਦੂਸਰਾ ਤੇਲ ਹੈ
ਉਸ ਦੀ ਕੀਮਤ ਦੇਖ ਲਈ ਜਾਵੇ ਪ੍ਰਪੋਰਸ਼ਨੇਟ, ਤੇ ਅੱਜ ਉਹਦੇ ਮੁਕਾਬਲੇ ਡੀਜ਼ਲ ਤੇ ਪੈਟਰੋਲ ਦੀ ਕੀਮਤ ਦੇਖ ਲਈ ਜਾਵੇ, ਤੇ LPG ਦੀ ਹੋਵੇ ਅਸੀਂ ਕੀਮਤ ਦੇਖਣੀ ਹੋਵੇ, ਕਿੱਥੇ ਖਲੋਤੇ ਹਾਂ ਅਸੀਂ? CNG ਅਸੀਂ ਦੇ ਰਹੇ ਹਾਂ, ਲੋਕਾਂ ਨੂੰ CNG ਵਾਲੀਆਂ ਗੱਡੀਆਂ ਦਾ ਪ੍ਰਚਾਰ ਕਰ ਰਹੇ ਹਾਂ ਕਿ ਉਹ ਲਓ, ਇਸ ਤੇ ਖਰਚਾ ਘੱਟ ਹੈ, ਸਭ ਕੁਝ ਹੈ, ਨਾਲ ਦੀ ਨਾਲ ਹੀ CNG ਦੀ ਕੀਮਤ ਚੁੱਕੀ ਜਾ ਰਹੀ ਹੈ। ਹੁਣ ਸਟੇਟਾਂ ਦੇ ਉੱਪਰ ਇੱਕ ਕਿਸਮ ਦਾ ਇਲਜ਼ਾਮ ਲਾ ਦੇਣਾ, ਉਹ ਵੀ ਇੱਕ ਹੋਰ ਮੁੱਦੇ ਤੇ ਸੱਦੀ ਗਈ ਮੀਟਿੰਗ ਦੇ ਬਾਬ ਵਿੱਚ, ਜਿੱਥੇ ਉਹਨਾਂ ਨੂੰ ਸਿੱਧੇ ਤੌਰ ਤੇ ਨੌਨ BJP ਸਟੇਟਸ ਨੂੰ ਟਾਰਗੇਟ ਕਰਕੇ ਇਹ ਕਹਿਣਾ ਕਿ ਵੈਟ ਘੱਟ ਕਰੋ, ਤੇ ਕਰਨਾਟਕ ਤੇ ਗੁਜਰਾਤ ਦੀ ਐਗਜ਼ਾਮਪਲ ਦੇ ਕੇ ਇਹ ਕਹਿਣਾ ਕਿ 3000 ਕਰੋੜ ਦੀ ਬਚਤ, 3000 ਕਰੋੜ ਦਾ ਉਹਨਾਂ ਨੂੰ ਘਾਟਾ ਪਿਆ, ਜੇ ਵੈਟ ਉਹ ਵਧਾ ਕੇ ਰੱਖਦੇ ਤਾਂ ਉਹਨਾਂ ਨੂੰ ਇੰਨੇ ਦੀ ਬਚਤ ਹੋਣੀ ਸੀ, ਪਰ ਉਹਨਾਂ ਨੇ ਲੋਕਾਂ ਨੂੰ ਸਸਤਾ ਤੇਲ ਦਿੱਤਾ। ਕਹਿੰਦੇ ਜੋ ਸਾਨੂੰ ਟੈਕਸ ਮਿਲਦਾ 40% ਦੀ ਤਾਂ ਅਸੀਂ ਸਟੇਟ ਨੂੰ ਵਾਪਸ ਭੇਜ ਦਿੰਦੇ ਹਾਂ। ਦੇਖੋ ਇਹ ਤਾਂ ਨਿਯਮ ਹੈ, ਉਹ ਤਾਂ ਦੇਣਾ ਪਏਗਾ ਤੁਹਾਨੂੰ, ਪਰ ਮੈਂ ਇੱਥੇ ਕਿਸੇ ਨੂੰ ਬਰੀ ਨਹੀਂ ਕਰਦਾ ਇਸ ਵੇਲੇ। ਜੇ ਅਸੀਂ ਇਹ ਕਹਿ ਦਈਏ ਕਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਜਿਹੜੀ ਬੈਰਲ ਦੀ ਕੀਮਤ ਜਿਹੜੀ ਹੈ ਉਹ ਥੋੜ੍ਹੀ ਸੀ ਜਾਂ ਜ਼ਿਆਦਾ ਕੀਮਤ ਸੀ ਤੇ ਤੇਲ ਸਸਤਾ ਮਿਲ ਰਿਹਾ ਸੀ, ਤੇ ਇਸ ਵਾਰੀ ਬੈਰਲ ਦੀ ਕੀਮਤ ਥੋੜ੍ਹੀ ਵੀ ਰਹੀ ਤੇ ਫਿਰ ਵੀ ਸਾਨੂੰ ਮਹਿੰਗਾ ਮਿਲਿਆ, ਗੱਲ ਇਸ ਤਰ੍ਹਾਂ ਨਹੀਂ ਹੈ। ਸਰਕਾਰਾਂ ਨੇ ਪਹਿਲਾਂ ਜਿਹੜੇ ਅਸੀਂ ਪ੍ਰੋਗਰਾਮ 'ਚ ਇਸੇ ਗੱਲ ਕਰਕੇ ਹਟੇ ਹਾਂ ਕਿ ਇੱਥੇ ਵੀ ਭੰਬਲ ਭੂਸੇ ਵਾਲੀ ਸਥਿਤੀ ਪੈਦਾ ਕੀਤੀ ਹੈ। ਅੱਜ ਤੋਂ 15-18 ਸਾਲ ਪਹਿਲਾਂ ਖਬਰ ਆਉਂਦੀ ਸੀ ਅਖਬਾਰ ਦੇ ਵਿੱਚ ਕਿ ਅੱਜ 5 ਰੁਪਏ ਪੈਟਰੋਲ ਜਾਂ 3 ਰੁਪਏ ਡੀਜ਼ਲ ਜਿਹੜਾ ਵਧਾ ਦਿੱਤਾ ਗਿਆ, ਉਦਾਹਰਨ ਦੇ ਤੌਰ ਤੇ। ਉਹ ਖਬਰ ਆਉਂਦੀ ਸੀ 4-5 ਮਹੀਨਿਆਂ ਬਾਅਦ, 6 ਮਹੀਨਿਆਂ ਬਾਅਦ। ਇਹ ਰੋਜ਼ ਦੇ 20-20 ਪੈਸੇ, 80-80 ਪੈਸੇ, 1.25 ਰੁਪਈਆ ਘਟਾ ਕੇ, ਵਧਾ ਕੇ 25 ਪੈਸੇ ਘਟਾ ਲੈਣੇ ਅਗਲੇ ਦਿਨ। ਇਹ ਕੰਮ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਸ਼ੁਰੂ ਹੋਇਆ। ਉਹ ਜਦੋਂ ਇਕੱਠੇ ਹੀ ਕੀਮਤ ਵਧਾਉਂਦੇ ਸੀ ਤੇ ਲੋਕ ਔਖੇ ਹੁੰਦੇ ਸੀ, ਉਹ ਲੋਕ ਮੁਜ਼ਾਹਰੇ ਕਰਦੇ ਸੀ, ਧਰਨੇ ਲਾਉਂਦੇ ਸੀ, ਸੜਕਾਂ ਰੋਕਦੇ ਸੀ, ਰੇਲਾਂ ਰੋਕਦੇ ਸੀ, ਮੁੱਦਾ ਬਣਦਾ ਸੀ। ਇਹ 80-80 ਪੈਸੇ, 20-20 ਪੈਸੇ, ਇਹ ਤੇ ਜਿਵੇਂ ਹਲਕਾ ਜਿਹਾ ਟੀਕਾ ਲਾਉਣ ਵਾਲੀ ਗੱਲ ਹੈ ਕਿ ਵੱਡਾ ਸਾਰੀ ਸਿਰਿੰਜ ਭਰ ਕੇ ਲਾਉਣ ਨਾਲੋਂ ਛੋਟੀ-ਛੋਟੀ ਸੂਈ ਰੋਜ਼ ਚੋਭਦੇ ਰਹੋ, ਤੇ ਉਹ ਦੂਸਰੇ ਨੂੰ ਮਜ਼ਾ ਆਉਣ ਲੱਗ ਜਾਂਦਾ ਕਿ ਖਰੇ ਇਹਦੇ ਵਿੱਚ ਵੀ ਕੋਈ ਭਲਾ ਹੀ ਹੈ ਸਾਡਾ, ਪਤਾ ਹੀ ਨਹੀਂ ਲੱਗਦਾ ਕਿਸੇ ਸਟੇਟ 'ਚ ਕਿੰਨੀ ਕੀਮਤ। ਬਾਰਡਰ ਟੱਪ ਜਾਓ, ਇੱਕ ਬਾਰਡਰ ਜਿਹੜੀਆਂ ਚੰਗੀਆਂ ਭਲੀਆਂ 2 ਸਟੇਟਾਂ ਨੇ, ਉਹਨਾਂ ਦੀ ਕੀਮਤ 'ਚ 5-5, 6-6 ਰੁਪਏ ਦਾ ਫਰਕ ਹੈ। ਸਰਕਾਰ ਕਿਉਂ, ਚਲੋ ਕੰਪੀਟੀਸ਼ਨ ਹੈ, ਚਲੋ ਉੱਥੇ ਮੈਂ ਸਮਝਦਾ ਕਿ ਸਟੇਟ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਤੇ ਇੱਕ ਗੱਲ ਹੋਰ ਕਿ ਦੇਖੋ, ਤੁਸੀਂ ਕਹਿ ਰਹੇ ਹੋ ਕਿ ਜਿੱਥੇ ਵੈਟ ਘਟਾਉਣਾ ਚਾਹੀਦਾ ਸੀ, ਅਜੇ ਡਬਲ ਇੰਜਨ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਅਸੀਂ ਸਰਕਾਰਾਂ ਦੇ ਤੌਰ ਤੇ ਜੇ ਦੋਨੇ ਕੇਂਦਰ ਵਿੱਚ ਤੇ ਸਟੇਟ ਵਿੱਚ ਇੱਕੋ ਸਰਕਾਰ ਹੋਵੇ ਤੇ ਹਾਲਾਤ ਵੱਖਰੇ ਹੋਣਗੇ, ਅਸੀਂ ਸੂਬੇ ਦੀ ਨੁਹਾਰ ਬਦਲੀ ਕਰਾਂਗੇ, ਸਕੀਮਾਂ ਲਾਗੂ ਕਰਾਂਗੇ। ਤੇ ਹੁਣ ਜੋ ਮਿਲ ਕੇ ਚੱਲਣ ਦੀ ਗੱਲ ਆ ਰਹੀ ਹੈ ਕਿ ਸੰਵਿਧਾਨ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਸਰਕਾਰਾਂ ਬਣੀਆਂ ਹੋਈਆਂ ਨੇ ਵਿਰੋਧੀ ਪਾਰਟੀਆਂ ਦੀਆਂ, ਇੰਨੇ ਸੂਬਿਆਂ ਵਿੱਚ BJP ਦੀਆਂ ਵੀ ਨੇ, ਕੁਰਲਾ ਤੇ ਸਾਰੇ ਹੀ ਰਹੇ ਨੇ। ਜਿਹੜੀਆਂ ਸਰਕਾਰਾਂ ਬਣੀਆਂ ਹੋਈਆਂ ਕੋਈ ਲੋਕਾਂ ਨੇ ਆਪ ਚੁਣੀਆਂ ਨੇ, ਕੋਈ ਦੇਖ ਕੇ ਚੁਣੀਆਂ ਹੋਈਆਂ ਨੇ। ਇਹ ਪੰਜਾਬ ਨੂੰ ਤੇ ਬੰਗਾਲ ਨੂੰ ਵਾਰ-ਵਾਰ ਟਾਰਗੇਟ ਕਰੀ ਜਾਣਾ, ਇਹ ਕੋਈ ਚੰਗੀ ਗੱਲ ਨਹੀਂ। ਸਰਕਾਰ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ। ਇਹ ਵੈਟ ਘਟਾਉਣ ਵਾਲੀ ਗੱਲ ਤਕਨੀਕੀ ਤੌਰ ਤੇ ਕਿਸੇ ਹੋਰ ਨੂੰ ਸਮਝਾ ਦੇਣ ਤੇ ਜ਼ਿਆਦਾ ਬਿਹਤਰ ਹੈ। ਸਰਕਾਰਾਂ ਇਹੋ ਜਿਹੀਆਂ ਕੀਮਤਾਂ ਘਟਾਉਣ ਲਈ ਸੁਹਿਰਦ ਨਹੀਂ, ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਤੇ ਸਾਨੂੰ ਭੰਬਲ ਭੂਸੇ ਵਿੱਚ ਪਾ ਕੇ ਜ਼ਿਆਦਾ ਖੁਸ਼ ਨੇ। ਜੀ, ਹੋਰ ਵੀ ਮੁੱਦਿਆਂ ਤੇ ਚਰਚਾ ਕਰਾਂਗੇ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਆ। ਬਹੁਤ ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਅਗਲਾ ਨਾਨ ਪੋਲੀਟੀਕਲ ਮੁੱਦਾ ਮੈਂ ਛੇੜਨਾ ਚਾਹੁੰਦੀ ਹਾਂ, ਜਿਹੜਾ ਘੁੰਮ ਫਿਰ ਕੇ ਫਿਰ ਸਿਆਸਤ ਵੱਲ ਹੀ ਜਾਣਾ ਆ। ਪੰਜਾਬ 'ਚ ਅਗਰ ਦੇਖੀਏ ਤਾਂ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਐਕਸੀਡੈਂਟਸ ਹੋ ਰਹੇ ਨੇ, ਬਹੁਤ ਮੌਤਾਂ ਦੀਆਂ ਖਬਰਾਂ ਅਸੀਂ ਸੁਣੀਆਂ, ਪੜ੍ਹੀਆਂ, ਸਾਡੇ ਦਰਸ਼ਕਾਂ ਨੇ ਵੀ ਸੁਣੀਆਂ ਪੜ੍ਹੀਆਂ ਹੋਣਗੀਆਂ। ਸਵਾਲ ਮੇਰਾ ਇਹ ਆ ਕਿ ਬੰਦੇ ਖਾਣੀਆਂ ਸੜਕਾਂ, ਜਾਨਲੇਵਾ ਸੜਕਾਂ ਕਿੱਥੇ-ਕਿੱਥੇ ਨੇ ਪੰਜਾਬ 'ਚ? ਹਰ ਜਗ੍ਹਾ ਹੀ ਨੇ। ਜੇ ਅੰਕੜੇ ਦੀ ਗੱਲ ਕਰੀਏ ਤੇ ਸਰਕਾਰ ਦੇ ਅਧਿਕਾਰੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਲੁਧਿਆਣੇ ਵਿੱਚ ਸਭ ਤੋਂ ਵੱਧ ਨੇ। ਪਿਛਲੇ ਸਾਲ ਤੱਕ ਕੋਈ 450 ਦੇ ਕਰੀਬ ਬਲੈਕ ਜਿਹੜੇ ਸਪੌਟ ਸੀ, ਕਾਲੇ ਜਗ੍ਹਾ ਜਿਹੜੀਆਂ ਸੀ ਉਹ ਮਾਰਕ ਕੀਤੀਆਂ ਗਈਆਂ ਸੀ ਪੰਜਾਬ ਵਿੱਚ 550 ਦੇ ਕਰੀਬ। ਕਿ ਇਸ ਖੇਤਰ ਵਿੱਚ ਇੰਨੇ ਸਮੇਂ ਦੇ ਵਿੱਚ 5 ਤੋਂ 10 ਮੌਤਾਂ ਐਕਸੀਡੈਂਟਾਂ ਵਿੱਚ ਹੋ ਰਹੀਆਂ ਨੇ। ਇੱਕ ਗੱਲ ਹੋਰ ਹੈ, ਛੋਟੀ ਛੋਟੀ ਗੱਲ ਵੱਡੀ ਨੂੰ ਜਨਮ ਦਿੰਦੀ ਹੈ ਜੀ। ਸਰਕਾਰ ਦੇ ਅੰਕੜੇ ਕੀ ਸਹੀ ਨੇ? ਪਹਿਲੀ ਤਾਂ ਸ਼ੱਕ ਦੀ ਸੂਈ ਇੱਥੇ ਹੀ ਮੈਂ ਉਠਾਵਾਂਗਾ। ਕੀ ਸਿਰਫ ਮੌਤ ਨੂੰ ਹੀ ਐਕਸੀਡੈਂਟ ਮੰਨਿਆ ਜਾਂਦਾ? ਇੱਥੇ ਤੇ 500 ਐਕਸੀਡੈਂਟ ਰੋਜ਼ ਇਸ ਤਰ੍ਹਾਂ ਦੇ ਹੁੰਦੇ ਨੇ
ਜਿੱਥੇ ਪੁਲਿਸ ਤੱਕ ਖਬਰ ਵੀ ਨਹੀਂ ਪਹੁੰਚਦੀ ਤੇ ਰਿਪੋਰਟ ਦਰਜ ਵੀ ਨਹੀਂ ਹੁੰਦੀ, ਕੀ ਉਹਨਾਂ ਦੀ ਗਿਣਤੀ ਹੁੰਦੀ ਹੈ? ਕੀ ਸਰਕਾਰੀ ਹਸਪਤਾਲਾਂ ਤੋਂ ਆંકੜੇ ਲਏ ਜਾਂਦੇ ਨੇ ਕਿ ਇੱਥੇ ਕਿੰਨੇ ਜ਼ਖਮੀ ਆਉਂਦੇ ਨੇ ਤੇ ਕਿਸ ਗੱਲ ਕਰਕੇ ਆਉਂਦੇ ਨੇ? ਜੀ। ਸਰਕਾਰੀ ਹਸਪਤਾਲਾਂ ਵਿੱਚ ਕਿੰਨੇ ਮਰੀਜ਼ ਜਾਂਦੇ ਨੇ? ਕੀ ਪ੍ਰਾਈਵੇਟ ਦੇ ਸਾਰੇ ਆંકੜੇ ਸਰਕਾਰ ਤੱਕ ਪਹੁੰਚਦੇ ਨੇ? ਇਹ ਆંકੜੇ ਬਹੁਤ ਡਰਾਉਣ ਵਾਲੇ ਹੋਣਗੇ ਜੇ ਇਹ ਪੂਰਨ ਰੂਪ ਵਿੱਚ ਸਾਡੇ ਸਾਹਮਣੇ ਆਉਣਗੇ। ਜਿਹੜੇ ਮੈਂ ਤੁਹਾਨੂੰ ਪੌਣੇ 500 ਬਲੈਕ ਸਪੌਟ ਦੱਸੇ ਨੇ ਜੀ, ਉਹਨਾਂ ਵਿੱਚ ਕਹਿੰਦੇ ਨੇ ਕਿ ਹੁਣ ਵਾਹਵਾ ਵਾਧਾ ਹੋ ਗਿਆ ਤੇ ਦੁੱਗਣੇ ਦੇ ਲਗਭਗ ਹੋਣ ਦੀ ਤਿਆਰੀ ਹੈ। ਸਾਰੇ ਸਟੇਟ ਹਾਈਵੇਜ਼ ਤੇ ਨੈਸ਼ਨਲ ਹਾਈਵੇਜ਼ ਦੇ ਉੱਪਰੋਂ ਹਲੇ ਛੋਟੀਆਂ ਸੜਕਾਂ ਦੇ ਨਹੀਂ ਗਣੇ ਗਏ। ਬਹੁਤ ਬੁਰੇ ਹਾਲਾਤ ਨੇ ਔਰ ਕੰਮ ਚੱਲ ਰਿਹਾ। ਇੱਕ ਗੱਲ ਹੋਰ ਹੈ ਕਿ ਬਹੁਤ ਸਮਾਂ ਹੋ ਗਿਆ ਕਿ ਅੰਮ੍ਰਿਤਸਰ ਤੋਂ ਦਿੱਲੀ ਤੱਕ ਹਾਈਵੇ ਜਿਹੜਾ ਹੈ ਕਦੀ ਕੰਪਲੀਟ ਮਿਲਿਆ ਹੀ ਨਹੀਂ ਜੀ, ਰਾਹਗੀਰਾਂ ਨੂੰ। ਹਮੇਸ਼ਾ ਇੱਥੇ ਕੋਈ ਨਾ ਕੋਈ ਜਿਹੜੇ ਰੁਕਾਵਟ ਰਹੀ ਹੈ। ਜੀ, ਕਦੀ ਕਿਤੇ ਉਸਾਰੀ ਹੈ, ਕਦੀ ਕਿਤੇ ਉਸਾਰੀ ਹੈ, ਕਦੀ ਕਿਸੇ ਸ਼ਹਿਰ ਦਾ ਬਾਈਪਾਸ ਬਣ ਰਿਹਾ, ਕਦੀ ਕਿਸੇ ਦਾ। ਠੀਕ ਹੈ, ਡਿਵੈਲਪਮੈਂਟ ਹੋਣੀ ਹੈ, ਪਰ ਇਸ ਤਰ੍ਹਾਂ ਦੀਆਂ ਉਦਾਹਰਨਾਂ ਵੀ ਇੱਥੇ ਹਨ। ਇੱਥੇ ਇਸ ਤਰ੍ਹਾਂ ਦੇ ਸ਼ਹਿਰ ਵੀ ਮੌਜੂਦ ਹਨ ਜਿੱਥੇ ਦੇ ਬਿਜ਼ਨਸਮੈਨਾਂ ਨੇ ਇਕੱਠੇ ਹੋ ਕੇ ਹਾਈਵੇ ਅਥਾਰਟੀਜ਼ ਤੱਕ ਪਹੁੰਚ ਕੀਤੀ ਕਿ ਦੱਸੋ ਕੀ ਲੈਣਾ ਹੈ ਤੇ ਇੱਥੇ ਬ੍ਰਿਜ ਨਾ ਬਣਾਇਆ ਜਾਵੇ। ਨਹੀਂ ਬਣਾਏ ਗਏ, ਉਹ ਬ੍ਰਿਜ ਚੁੱਕ ਕੇ ਗਾਂਹ ਮੂਵ ਕਰ ਦਿੱਤੇ ਗਏ ਤੇ ਹੁਣ ਉੱਥੇ ਦੁਬਾਰਾ ਬਣਾਉਣ ਦੀ ਤਿਆਰੀ ਹੋ ਰਹੀ ਹੈ। ਜੀ, ਕਈ ਜਗ੍ਹਾ ਤੇ ਪਹਿਲਾਂ ਤੋਂ ਬਾਈਪਾਸ ਨਿਕਲੇ ਹੋਏ ਨੇ, ਉੱਥੇ ਫਿਰ ਬਾਈਪਾਸ ਕੱਢਣ ਦੀ ਤਿਆਰੀ ਹੋ ਰਹੀ ਹੈ। ਇਹ ਸਾਰਾ ਮਿਲੀ ਭੁਗਤ ਨਾਲ ਅੱਜ ਤੱਕ ਹੋਇਆ ਹੈ। ਸਹੀ ਮਾਨਿਆਂ ਦੇ ਵਿੱਚ ਜੇ ਕਿਸੇ ਪੁਰਾਣੇ ਤੋਂ ਪੁਰਾਣੇ ਬੱਸ ਡਰਾਈਵਰ ਨੂੰ ਪੁੱਛ ਲਓ ਕਿ ਅੰਮ੍ਰਿਤਸਰ ਤੋਂ ਦਿੱਲੀ ਨੂੰ ਕਿੰਨਾ ਸਮਾਂ ਲੱਗਦਾ ਸੀ ਤੇ ਜੋ ਉਸ ਵੇਲੇ ਲੱਗਦਾ ਸੀ ਉਸ ਨਾਲੋਂ ਮਾੜਾ ਮੋਟਾ ਹੀ ਫਰਕ ਹੈ। ਸਾਡੀ ਰਫ਼ਤਾਰ ਦੇ ਵਿੱਚ ਵਾਧਾ ਹੋ ਗਿਆ, ਰਿਸਕ ਦੇ ਵਿੱਚ ਵਾਧਾ ਹੋ ਗਿਆ, ਜੀ, ਪਰ ਬ੍ਰੇਕਾਂ ਬਹੁਤ ਜ਼ਿਆਦਾ ਲੱਗਦੀਆਂ ਨੇ ਤੇ ਉਹ ਅਸੀਂ ਲਾ ਪਾ ਕੇ ਉੱਥੇ ਹੀ ਪਹੁੰਚ ਗਏ। ਇਹ ਜਿਹੜਾ ਰਿਸਕ ਇੰਨਾ ਵੱਧ ਗਿਆ ਹੈ, ਸਰਕਾਰ ਨੂੰ ਆંકੜੇ ਪਹਿਲਾਂ ਤਾਂ ਸੁਹਿਰਦ ਹੋ ਕੇ ਇਕੱਠੇ ਕਰਨ ਦੀ ਲੋੜ ਹੈ ਕਿ ਛੋਟੇ ਤੋਂ ਛੋਟਾ ਐਕਸੀਡੈਂਟ ਵੀ ਰਿਪੋਰਟ ਹੋਵੇ। ਕੋਈ ਮੋਟਰਸਾਈਕਲ ਸਵਾਰ ਵੀ ਡਿੱਗਦਾ ਹੈ, ਉਹ ਵੀ ਰਿਪੋਰਟ ਹੋਵੇ। ਕਿਉਂ ਡਿੱਗਿਆ, ਕਾਰਨ ਕੀ ਬਣੇ, ਕਿ ਸੜਕ ਵਿੱਚ ਨੁਕਸ ਸੀ? ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਹਾਦਸੇ ਹੋ ਰਹੇ ਨੇ ਤੇ 11-12 ਮੌਤਾਂ ਦੱਸਦੇ ਨੇ ਕਿ ਰੋਜ਼ ਪੰਜਾਬ ਵਿੱਚ ਹੋ ਜਾਂਦੀਆਂ ਨੇ। ਸੋ ਸਰਕਾਰ ਥੋੜ੍ਹਾ ਜਿਹਾ ਇਸ ਮਾਮਲੇ ਤੇ ਆંકੜੇ ਵਗੈਰਾ ਦੇ ਚੱਕਰ 'ਚ ਪਈ ਹੋਈ ਹੈ। ਜੇ ਤੇ ਇਹ ਖਾਨਾ ਪੂਰਤੀ ਹੈ ਪਿਛਲੀਆਂ ਸਰਕਾਰਾਂ ਵਾਂਗ ਤੇ ਫਿਰ ਸਾਡੀ ਬਦਕਿਸਮਤੀ ਹੈ ਕਿ ਇੱਥੇ ਇਵੇਂ ਚੱਲਣਾ ਹੈ। ਇਹ ਆਪ ਸੰਭਲ ਜਾਈਏ ਤੇ ਸੰਭਲ ਜਾਈਏ। ਇੱਥੇ ਸਾਈਨ ਦੂਸਰਿਆਂ ਨੂੰ ਵਿਖਾਉਣ ਲਈ ਲੱਗੇ ਹੋਏ ਨੇ, ਕੋਈ ਫੋਲੋ ਨਹੀਂ ਕਰਦਾ। ਜਿੰਨੇ ਹਾਈਵੇਜ਼ ਨੇ ਉਹਨਾਂ ਵਿੱਚ ਵੱਡੇ ਹੈਵੀ ਵਹੀਕਲ ਜਿਹੜੇ ਨੇ ਉਹ ਸਾਰੇ ਰਾਈਟ ਲੇਨ ਦੇ ਵਿੱਚ ਜੋੜ ਕੇ ਡਿਵਾਈਡਰ ਦੇ ਨਾਲ ਜਾ ਰਹੇ ਨੇ ਤੇ ਕਾਰਾਂ ਵਾਲੇ ਦੂਜੇ ਪਾਸੇ ਦੀ ਓਵਰਟੇਕ ਕਰ ਰਹੇ ਨੇ। ਇੱਥੋਂ ਤੱਕ ਕਿ ਫੌਜ ਦੀਆਂ ਗੱਡੀਆਂ ਵੀ ਅੱਜ ਕੱਲ੍ਹ ਜਿਹੜੀਆਂ ਬੜੀ ਨਿਯਮ ਤਹਿਤ ਕਦੇ ਚੱਲਦੀਆਂ ਹੁੰਦੀਆਂ ਸੀ, ਉਹਨਾਂ ਨੂੰ ਵੀ ਤੁਸੀਂ ਨਿਯਮ ਤੋੜਦੇ ਹੋਏ ਅਕਸਰ ਵੇਖ ਸਕਦੇ ਹੋ। ਪ੍ਰੈਸ਼ਰ ਹਾਰਨ ਤੇ ਹੋਰ ਬਹੁਤ ਸਾਰੀਆਂ ਅਲਾਮਤਾਂ। ਤੁਸੀਂ ਕਿਸੇ ਬਾਹਰੋਂ ਆਏ NRI ਨੂੰ ਪੁੱਛ ਲਓ 2 ਮਿੰਟ ਬੈਠ ਕੇ, ਉਹ ਸਾਰੀਆਂ ਤੁਹਾਨੂੰ ਮੁਸ਼ਕਲਾਂ ਗਿਣਾ ਦੇਵੇਗਾ, ਆਮ ਤੋਂ ਆਮ ਬੰਦਾ ਵੀ। ਜੀ, ਇਹ ਸਰਕਾਰ ਨੂੰ ਸਮਝਣ ਦੀ ਲੋੜ ਹੈ, ਝਾਤੀ ਮਾਰਨ ਦੀ ਲੋੜ ਹੈ। ਇੰਨੀ ਵਧੀ ਹੋਈ ਟ੍ਰੈਫਿਕ ਤੇ ਹੋਰ ਵਧਣ ਦੀ ਤਿਆਰੀ, ਸਾਡੇ ਕੋਲ ਕੀ ਇੰਤਜ਼ਾਮ ਨੇ? ਇਹ ਹੋਣੇ ਨੇ ਜੋ ਇੰਤਜ਼ਾਮ ਇਸ ਵੇਲੇ ਮੌਜੂਦ ਨੇ, ਨਾ ਕਾਫੀ ਵੀ ਨੇ ਤੇ ਬਹੁਤ ਮਾੜੇ ਵੀ ਨੇ। ਜੀ, ਬਿਲਕੁਲ ਸਹੀ। ਆਪਣਾ ਬਚਾਅ ਆਪ ਹੀ ਕਰਨਾ ਚਾਹੀਦਾ। ਪੰਜਾਬ ਤੋਂ ਬਾਅਦ ਗੱਲ ਕਰਦੇ ਇਹਦੇ ਗੁਆਂਢ ਮੱਥੇ ਪਾਕਿਸਤਾਨ ਦੀ ਤੇ ਬਿਲਾਵਲ ਭੁੱਟੋ ਜ਼ਰਦਾਰੀ ਜਿਹੜੇ ਨੇ ਨਵੇਂ ਵਿਦੇਸ਼ ਮੰਤਰੀ ਬਣ ਗਏ ਨੇ, ਜਿਹੜੇ ਕਹਿੰਦੇ ਨੇ ਕਿ ਹਰ ਪਾਕਿਸਤਾਨੀ ਦੇ ਅੰਦਰ ਭਾਰਤ ਵਸਦਾ। ਕੀ ਲੱਗਦਾ ਹੈ ਕਿ ਹੁਣ ਭਾਰਤ ਨਾਲ ਸੰਬੰਧ ਪਾਕਿਸਤਾਨ ਦੇ ਮਿੱਠੇ ਹੋ ਜਾਣਗੇ? ਬਿਲਾਵਲ ਭੁੱਟੋ ਦੀ ਸਥਿਤੀ ਜਿਹੜੀ ਹੈ ਨਾ, ਪੋਲੀਟੀਕਲ ਲੈਗੇਸੀ ਬਹੁਤ ਵੱਡੀ ਹੈ ਜਿਹੜੀ ਉਹ ਕੈਰੀ ਕਰ ਰਹੇ ਨੇ, ਪਰ ਉਹ ਲੈਗੇਸੀ ਨਾਲੋਂ ਬਰਡਨ ਬੋਝ ਜ਼ਿਆਦਾ ਆਪਣੇ ਸਿਰ ਤੇ ਢੋਈ ਫਿਰਦੇ ਨੇ, ਪਿੱਠ ਤੇ ਚੁੱਕੀ ਫਿਰਦੇ ਨੇ। ਕਈ ਗੱਲਾਂ ਨੇ। ਜ਼ੁਲਫਕਾਰ ਅਲੀ ਭੁੱਟੋ ਦੇ ਉਹ ਦੋਤੇ ਨੇ ਜੋ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਸੀ। ਜੀ, ਜ਼ੁਲਫਕਾਰ ਅਲੀ ਭੁੱਟੋ ਤੇ ਉਸਦੇ ਪਰਿਵਾਰ ਦੀ ਬਦਕਿਸਮਤੀ ਇਹੋ ਜਿਹੀ ਰਹੀ ਕਿ ਉਹ ਸੱਤਾ ਦੇ ਵਿੱਚ ਵੀ ਰਹੇ ਨੇ। ਪਾਕਿਸਤਾਨ ਦੇ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਮੈਂਬਰ ਉਹਨਾਂ ਦਾ ਸੱਤਾ ਵਿੱਚ ਰਿਹਾ, ਪਰ ਉਹਨਾਂ ਨੂੰ ਆਉਣਾਈਆਂ ਮੌਤਾਂ ਨੇ ਇਸ ਤਰ੍ਹਾਂ ਦਾ ਘੇਰਿਆ ਸਮੇਂ-ਸਮੇਂ ਤੇ ਕਿ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ, ਜਿਵੇਂ ਕਿ ਨਹਿਰੂ ਪਰਿਵਾਰ ਨਾਲ ਭਾਰਤ ਵਿੱਚ ਹੁੰਦਾ ਰਿਹਾ। ਜੀ, ਗੱਲ ਨੂੰ ਅੱਗੇ ਤੋਰੀਏ। ਜ਼ੁਲਫਕਾਰ ਅਲੀ ਭੁੱਟੋ ਜਦੋਂ ਪ੍ਰਧਾਨ ਮੰਤਰੀ ਸੀ ਤੇ ਇੱਕ ਫੌਜ ਦਾ ਅਫਸਰ ਕਹਿੰਦੇ ਉਹਨਾਂ ਦੇ ਸ਼ੂ ਚੁੱਕ ਕੇ ਲਿਆ ਕੇ ਉਹਨਾਂ ਨੂੰ ਪਵਾਉਂਦਾ ਹੁੰਦਾ ਸੀ। ਤੇ ਉਹ ਦਿਨ ਆ ਗਿਆ ਜਦੋਂ ਉਹ ਫੌਜ ਦਾ ਅਫਸਰ, ਜਿਸ ਦੀ ਤਰੱਕੀ ਖੁਦ ਭੁੱਟੋ ਨੇ ਕੀਤੀ ਸੀ, ਉਹ ਸਿਰ ਤੇ ਬਹਿ ਗਿਆ ਤੇ ਉਹਨੇ ਫੜ ਕੇ ਫਿਰ ਭੁੱਟੋ ਨੂੰ ਇੱਕ ਨਿਕੰਮੇ ਜਿਹੇ ਕਤਲ ਕੇਸ ਦੇ ਵਿੱਚ ਅੰਦਰ ਸੁੱਟ ਦਿੱਤਾ, ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ। ਤੇ ਜਦੋਂ ਉਸ ਨੂੰ ਫਿਰ ਫਾਂਸੀ ਦੇ ਦਿੱਤੀ ਗਈ, 40-45 ਕਿਲੋ ਭਾਰ ਰਹਿ ਗਿਆ ਸੀ ਜ਼ੁਲਫਕਾਰ ਅਲੀ ਭੁੱਟੋ ਦਾ। ਸਾਰਾ ਪਰਿਵਾਰ ਉਸ ਦਾ ਵਿਦੇਸ਼ਾਂ ਵਿੱਚ ਪਨਾਹ ਲੈ ਗਿਆ। ਉਸ ਪਰਿਵਾਰ ਵਿੱਚੋਂ ਸਿਰ ਚੁੱਕਿਆ ਬੀਬੀ ਬੇਨਜ਼ੀਰ ਭੁੱਟੋ ਨੇ ਤੇ ਇਹ ਬਿਲਾਵਲ ਭੁੱਟੋ ਉਸ ਦੇ ਪ੍ਰਜੰਦ ਨੇ। ਜੀ, ਬੇਨਜ਼ੀਰ ਭੁੱਟੋ ਨੂੰ ਵੀ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਿਆ। ਦੇਸ਼ ਦੀ ਪ੍ਰਧਾਨ ਮੰਤਰੀ ਵੀ ਰਹੀ ਹੈ, ਪਰ ਸਮੱਸਿਆਵਾਂ ਉਹਦੀਆਂ ਵੀ ਉਹੀ, ਉਸ ਦਾ ਅੰਤ ਵੀ ਬਹੁਤ ਦੁਖਦਾਈ ਹੋਇਆ। ਜੀ, ਫਿਰ ਆ ਗਿਆ ਆਸਫ ਅਲੀ ਜ਼ਰਦਾਰੀ। ਆਸਫ ਅਲੀ ਜ਼ਰਦਾਰੀ ਜਿਹੜੇ ਬਿਲਾਵਲ ਭੁੱਟੋ ਦੇ ਪਿਤਾ ਨੇ, ਉਹ ਦੇਸ਼ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ,
ਪਰ ਸਮੱਸਿਆ ਉਹਨਾਂ ਦੀ ਇਹ ਰਹੀ ਹੈ ਕਿ ਬਹੁਤ ਵੱਡੇ ਕਰਪਸ਼ਨ ਦੇ ਇਲਜ਼ਾਮ, ਜਿਵੇਂ ਮੈਂ ਹੁਣ ਬਾਹਾਂ ਵੀ ਖਿਲਾਰ ਕੇ ਆਖਾਂ ਤੇ ਉਸ ਵਿੱਚ ਮੈਨੂੰ ਫਿੱਟ ਆਉਣ, ਇੰਨੇ ਵੱਡੇ ਇਲਜ਼ਾਮ ਉਹਨਾਂ ਤੇ ਲੱਗਦੇ ਰਹੇ ਨੇ। ਮਿਸਟਰ 10% ਦਾ ਨਾਮ ਉਹਨਾਂ ਨੂੰ ਦਿੱਤਾ ਗਿਆ ਸੀ ਕਿ ਜੋ ਸਰਕਾਰੀ ਕੰਮਕਾਜ ਹੋਵੇ 10% ਦੇ ਵਿੱਚੋਂ ਜ਼ਰਦਾਰੀ ਦਾ ਹੁੰਦਾ ਹੈ। ਬਿਲਾਵਲ ਭੁੱਟੋ ਵਿਦੇਸ਼ ਵਿੱਚ ਰਹੇ ਨੇ, ਪਲੇ ਨੇ, ਅੰਗਰੇਜ਼ੀ ਸੋਹਣੀ ਬੋਲਦੇ ਨੇ, ਪਰ ਉਹਨਾਂ ਨੂੰ ਅਜੇ ਸਪੀਚ ਦਾ ਜਿਹੜਾ ਇੱਕ ਗੱਲ ਹੁੰਦੀ ਹੈ ਨਾ, ਉਹ ਆਈ ਨਹੀਂ। ਇੱਕ ਉਹਨਾਂ ਦੇ ਬੋਲਣ ਦਾ ਅੰਦਾਜ਼ ਤੇ ਆਵਾਜ਼ ਇਸ ਤਰ੍ਹਾਂ ਦੀ ਕਿ ਉਹਦਾ ਮਜ਼ਾਕ ਹੀ ਜ਼ਿਆਦਾ ਉਡਾਇਆ ਜਾਂਦਾ। ਪਰ ਹੁਣ ਉਹ ਬਣ ਗਏ ਨੇ ਵਿਦੇਸ਼ ਮੰਤਰੀ। ਵਿਦੇਸ਼ ਮੰਤਰੀ ਬਣ ਕੇ ਕੀ ਰੰਗ ਉਹ ਵਿਖਾਉਣਗੇ, ਕੀ ਭਾਰਤ ਨਾਲ ਸੰਬੰਧ ਸੁਧਾਰਨਗੇ, ਇਸ ਗੱਲ ਤੇ ਹੀ ਗੱਲ ਕਰਦੇ ਹਾਂ ਅਸੀਂ। ਜਿਹੜੇ ਪਹਿਲਾਂ ਵਿਦੇਸ਼ ਮੰਤਰੀ ਰਹੇ ਨੇ, ਸ਼ਾਹ ਮਹਿਮੂਦ ਕੁਰੈਸ਼ੀ ਹੋਵੇ, ਹਿਨਾ ਰਬਾਨੀ ਖਰ ਹੋਵੇ, ਜੋ ਯੰਗੈਸਟ ਸੀ, ਉਹਨਾਂ ਨੇ ਕੁਝ ਚੰਗੀਆਂ ਗੱਲਾਂ ਬਾਤਾਂ ਭਾਰਤ ਨਾਲ ਕਰਦੇ ਰਹੇ ਸਮੇਂ-ਸਮੇਂ ਤੇ। ਫਿਰ ਹਾਲਾਤ ਵਿਗੜ ਗਏ। ਮਨਮੋਹਨ ਸਿੰਘ ਦੀ ਸਰਕਾਰ ਵੇਲੇ ਤੋਂ ਬਾਅਦ ਤੋਂ ਵਾਰਤਾਲਾਪ ਤਕਰੀਬਨ ਬੰਦ ਹੈ ਜੀ। ਹੁਣ ਬਿਲਾਵਲ ਭੁੱਟੋ ਕੀ ਭਾਰਤ ਨਾਲ ਸੰਬੰਧ ਸੁਧਾਰਨਗੇ? ਕੀ ਨਰਿੰਦਰ ਮੋਦੀ ਨਾਲ ਜੋ ਡਿਪਲੋਮੈਟਿਕ ਅਪਰੋਚ ਇਸ ਫੈਮਿਲੀ ਦੀ ਭੁੱਟੋ ਦੀ ਰਹੀ ਹੈ ਹਮੇਸ਼ਾ ਦੀ, ਕੀ ਉਸ ਅਪਰੋਚ ਨੂੰ ਮੋਹਰੇ ਰੱਖਦੇ ਹੋਏ ਭਾਰਤ ਨਾਲ ਸੰਬੰਧਾਂ ਨੂੰ ਕੁਝ ਸੁਧਾਰਨਗੇ? ਇਹ ਬਹੁਤ $1 ਮਿਲੀਅਨ ਦਾ ਕੁਐਸਚਨ ਹੈ। ਪਰ ਜੇ ਸਿੰਪਲ ਇਸ ਦਾ ਲਫ਼ਜ਼ ਮੈਂ ਆਪਣੀ ਸੋਚ ਸਮਝ ਮੁਤਾਬਕ ਜਵਾਬ ਦੇਣਾ ਹੋਵੇ ਤੇ ਉਹ ਕੁਛ ਇਹੋ ਜਿਹਾ ਨਹੀਂ ਕਰਨ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਮਾਈਨੋਰਟੀ ਸਰਕਾਰ ਹੈ। ਪੀਪਲ ਪਾਰਟੀ ਜਿਹੜੀ ਆ ਪਾਕਿਸਤਾਨ ਦੀ, ਉਹ ਤੀਸਰੇ ਨੰਬਰ ਤੇ ਉਹਨਾਂ ਦੀ ਪਾਰਟੀ ਹੈ। ਪਹਿਲੇ ਤੇ ਤਹਿਰੀਕ ਇਨਸਾਫ ਸੀ, ਉਹ ਲੱਥ ਚੁੱਕੀ ਹੈ ਮਾਈਨੋਰਟੀ ਗਵਰਨਮੈਂਟ, ਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਗਰੁੱਪ ਦੇ ਨਾਲ ਮਿਲ ਕੇ ਉਹਨਾਂ ਨੇ ਸਰਕਾਰ ਬਣਾਈ ਆ। ਦੋ ਪੁਰਾਣੇ ਦੁਸ਼ਮਣ ਨੇ ਜੋ ਦੂਸਰੇ ਨੂੰ ਇੱਕ ਅੱਖ ਦੇਖਣਾ ਨਹੀਂ ਸੀ ਪਾਉਂਦੇ, ਅੱਜ ਇਕੱਠੇ ਸਰਕਾਰ ਬਣਾ ਕੇ ਬੈਠੇ ਹੋਏ ਨੇ ਪਾਕਿਸਤਾਨ ਵਿੱਚ। ਤੇ ਬਿਲਾਵਲ ਭੁੱਟੋ ਵਿਦੇਸ਼ ਮੰਤਰੀ ਨੇ ਤੇ ਦੂਸਰੀ ਪਾਰਟੀ ਵਾਲੇ ਪ੍ਰਧਾਨ ਮੰਤਰੀ ਨੇ ਜੀ। ਪਾਕਿਸਤਾਨ ਦੇ ਵਿੱਚ ਹਰ ਸਿਆਸਤਦਾਨ ਦੀ ਇਹ ਮਜਬੂਰੀ ਰਹੀ ਹੈ ਤੇ ਰਹੇਗੀ ਵੀ ਕਿ ਉਹਨਾਂ ਨੇ ਜਿਉਂਦੇ ਰਹਿਣ ਲਈ ਤੇ ਪਾਕਿਸਤਾਨ ਦੀ ਸੱਤਾ ਤੇ ਕਾਬਜ਼ ਰਹਿਣ ਲਈ ਕਸ਼ਮੀਰ ਦੇ ਮੁੱਦੇ ਨੂੰ ਜਿਉਂਦਾ ਰੱਖਣਾ ਜੀ, ਤੇ ਕਸ਼ਮੀਰ ਦੇ ਹੱਕ ਦੀ ਗੱਲ ਕਰਦੇ ਰਹਿਣਾ, ਤਾਂ ਕਿ ਸਾਰੇ ਪਾਕਿਸਤਾਨੀ ਇਹ ਕਹਿਣ ਵਾਹ ਇਹ ਕਸ਼ਮੀਰੀ ਭਰਾਵਾਂ ਦਾ ਸਾਡਾ ਇੱਕ ਸੱਚਾ ਸਾਥੀ ਹੈ, ਉਹਨਾਂ ਦਾ ਮਸਲਾ ਕੋਈ ਹੱਲ ਕਰਾਵੇਗਾ ਤੇ ਭਾਰਤ ਨੂੰ ਕੋਈ ਅਕਲ ਦੇਵੇਗਾ। ਪਰ ਇਸੇ ਮੁੱਦੇ ਤੇ ਮੈਂ ਗੱਲ ਕਰਨੀ ਚਾਹਾਂਗਾ। ਗੱਲਾਂ ਬਾਤਾਂ ਸ਼ਾਇਦ ਕਿਤੇ ਗੱਲਬਾਤ ਦੇ ਦੌਰ ਇੱਕ ਦੋ ਬਣ ਜਾਣ ਜੀ, ਠੋਸ ਨਤੀਜਾ ਕੁਝ ਨਹੀਂ ਆਉਣ ਵਾਲਾ ਨੇੜ ਭਵਿੱਖ ਦੇ ਵਿੱਚ। ਖਾਸ ਤੌਰ ਤੇ ਭਾਰਤ ਵਾਰ-ਵਾਰ ਇਹ ਗੱਲ ਕਹਿ ਚੁੱਕੀ, ਭਾਰਤ ਸਰਕਾਰ, ਕਿ ਅਸੀਂ ਕਸ਼ਮੀਰ ਦੇ ਮੁੱਦੇ ਤੇ ਗੱਲ ਨਹੀਂ ਕਰਨੀ, ਹੋਰਨਾਂ ਮੁੱਦਿਆਂ ਤੇ, ਵਪਾਰ ਤੇ, ਹੋਰ ਚੀਜ਼ਾਂ ਤੇ ਕਰਨੀ ਤੇ ਕਰੋ, ਤੇ ਅੱਤਵਾਦ ਰੋਕੋ ਜਿਹੜਾ ਭਾਰਤ ਦੇ ਵਿੱਚ ਆ ਰਿਹਾ। ਪਾਕਿਸਤਾਨ ਦਾ ਆਪਣੇ ਤਰੀਕੇ ਦਾ ਜਵਾਬ ਹੈ। ਇਹ ਰਿਸਕ ਬਿਲਾਵਲ ਭੁੱਟੋ ਨਹੀਂ ਲੈ ਸਕੇਗਾ ਕਿ ਭਾਰਤ ਨਾਲ ਕਿਸੇ ਕਿਸਮ ਦੀ ਨਜ਼ਦੀਕੀ ਉਹ ਵਧਾਉਣ ਦੀ ਕੋਸ਼ਿਸ਼ ਕਰੇ। ਗੱਲਬਾਤ ਭਾਵੇਂ ਉਹਨਾਂ ਨੇ ਕਹਿ ਦਿੱਤੀ ਹੋਵੇ, ਪਰ ਜੇ ਉਹ ਕਰਦੇ ਨੇ ਤਾਂ ਫਿਰ ਉਹ ਆਪਣਾ ਉਹ ਪੋਲੀਟੀਕਲ ਤੌਰ ਤੇ, ਰਾਜਨੀਤਿਕ ਤੌਰ ਤੇ, ਵੋਟ ਬੈਂਕ ਦੇ ਤੌਰ ਤੇ ਉਹ ਐਟ ਲਾਸ ਵੀ ਹੋ ਸਕਦੇ ਨੇ। ਤੇ ਪਾਕਿਸਤਾਨ ਨਾਲ ਜੁੜੀ ਹੋਈ ਇੱਕ ਹੋਰ ਖਬਰ ਹੈ ਕਿ ਕਰਤਾਰਪੁਰ ਸਾਹਿਬ 'ਚ ਕੁਝ ਬੇਨੇਮੀਆਂ ਸਾਹਮਣੇ ਆਈਆਂ। ਦਰਸ਼ਕਾਂ ਦੇ ਨਾਲ ਇਹ ਖਬਰ ਵੀ ਸਾਂਝੀ ਕਰਨਾ ਚਾਹੁੰਦੇ ਹਾਂ। ਸਰਚਾਂਦ ਸਿੰਘ ਖਿਆਲਾ, ਇੱਕ ਸਿੱਖ ਜਿਹੜੇ ਨੇ ਮਾਹਿਰ ਨੇ ਮੁੱਦਿਆਂ ਦੇ, ਉਹਨਾਂ ਨੇ ਇੱਕ ਜਾਣਕਾਰੀ ਦਿੱਤੀ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਵਿੱਚ ਇੱਕ ਇਤਿਹਾਸਿਕ ਖੂਹ ਹੈ ਜੀ। ਪਹਿਲੇ ਤਾਂ ਗੱਲ ਇਹ ਹੈ ਕਿ ਬਹੁਤ ਸਾਰੇ ਮਾਹਿਰ, ਮੈਂ ਨਹੀਂ ਕਹਿ ਰਿਹਾ, ਮੈਨੂੰ ਤਾਂ ਪਤਾ ਨਹੀਂ ਉਸ ਬਾਰੇ, ਕਿ ਉਹ ਖੂਹ ਜਿਹੜਾ ਹੈ ਉਹ ਕਿਤੇ ਹੋਰ ਸੀ ਜਾਂ ਗੁਰੂ ਨਾਨਕ ਸਾਹਿਬ ਖੇਤੀ ਕਿਤੇ ਹੋਰ ਕਰਦੇ ਸੀ। ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਜਾਂ ਖੂਹ ਨੂੰ ਤੇ ਗੁਰੂ ਨਾਨਕ ਸਾਹਿਬ ਦੇ ਖੇਤੀ ਕਰਨ ਦੇ ਜੀਵਨ ਨੂੰ, ਸਾਰੀ ਚੀਜ਼ਾਂ ਨੂੰ ਜੋੜ ਕੇ ਨਾ ਵੇਖਿਆ ਜਾਵੇ। ਇਹ ਖੂਹ ਇਤਿਹਾਸਿਕ ਹੈ, ਗੁਰੂ ਨਾਨਕ ਸਾਹਿਬ ਦੇ ਵੇਲੇ ਦਾ ਹੈ ਜਾਂ ਨਹੀਂ ਹੈ, ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ। ਇਹ ਖੂਹ ਬੇਆਬਾਦ ਪਿਆ ਸੀ ਤੇ ਹੁਣ ਉਸ ਨੂੰ ਦੁਬਾਰਾ ਆਬਾਦ ਕਰ ਲਿਆ ਗਿਆ। ਖੂਹ ਨੂੰ ਦੁਬਾਰਾ ਚਾਲੂ ਕਰਨ ਵਾਸਤੇ, ਉਸ ਨੂੰ ਪਾਣੀ ਨੂੰ ਸਾਫ਼ ਕਰਨ ਵਾਸਤੇ ਵਾਟਰ ਪਿਊਰੀਫਾਇਰ ਵੀ ਲਾਇਆ ਗਿਆ। ਵਾਟਰ ਪਿਊਰੀਫਾਇਰ ਲਾ ਕੇ ਫਿਰ ਸੰਗਤਾਂ ਨੂੰ, ਜਿਵੇਂ ਕਿ ਜਲ ਦੀ ਬੜੀ ਅਹਿਮੀਅਤ ਹੈ, ਅੰਮ੍ਰਿਤ ਜਲ ਜਿਹੜਾ ਹੁੰਦਾ ਹੈ ਸਿੱਖ ਕੌਮ ਦੇ ਵਿੱਚ, ਜਿਹੜੇ ਸਿੱਖਾਂ ਦੇ ਬਹੁਤੇ ਸਾਰੇ ਸਥਾਨਾਂ ਵਿੱਚ ਉਹ ਚੂੜੀ ਲਈ ਜਾਂਦੀ ਹੈ ਜਾਂ ਕਿਸੇ ਚੀਜ਼ ਵਿੱਚ ਪਵਾ ਕੇ ਲਿਆਇਆ ਵੀ ਜਾਂਦਾ, ਉਹ ਜਿਹੜਾ ਫਿਰ ਉਹ ਦਿੱਤਾ ਜਾਣ ਲੱਗਾ। ਹੁਣ ਖਬਰ ਇਹ ਆਈ ਹੈ ਕਿ ਉੱਥੇ ਕਿਸੇ ਸੰਸਥਾ ਵੱਲੋਂ ਜਾਂ ਕੁਝ ਵਿਅਕਤੀਆਂ ਵੱਲੋਂ 100 ਰੁਪਏ 1 ਲੀਟਰ ਦਾ ਜਿਹੜਾ ਹੈ ਅੰਮ੍ਰਿਤ ਜਲ ਹੈ, ਉਹ ਸਿੱਖ ਸੰਗਤ ਨੂੰ ਵੇਚਿਆ ਜਾ ਰਿਹਾ ਤੇ ਵਿਦੇਸ਼ਾਂ ਨੂੰ ਭੇਜਿਆ ਜਾ ਰਿਹਾ। ਇਹ ਗੱਲ ਮਾੜੀ ਹੈ ਆਪਣੇ ਆਪ ਦੇ ਵਿੱਚ। ਉਸ ਦਾ ਨੋਟਿਸ ਜਿਹੜਾ ਸਰਕਾਰ ਲੈ ਗਈ। ਜਦੋਂ ਇਮਰਾਨ ਖਾਨ ਦੀ ਸਰਕਾਰ ਸੀ, ਕਰਤਾਰਪੁਰ ਸਾਹਿਬ ਦੇ ਲਾਂਘਾ ਖੁੱਲ੍ਹਣ ਤੋਂ ਲੈ ਕੇ ਤੇ ਹੋਰ ਕਈ ਮੁੱਦਿਆਂ ਤੇ ਲੈ ਕੇ, ਜਾਂ ਸਿੱਖ ਕੁੜੀਆਂ ਦਾ ਮਸਲਾ ਹੋਵੇ ਜਾਂ ਸਿੱਖਾਂ ਨਾਲ ਕਿਸੇ ਕਿਸਮ ਦਾ ਜਾਂ ਹਿੰਦੂਆਂ ਨਾਲ ਧੱਕਾ ਹੋਣ ਦੀ ਗੱਲ ਹੋਵੇ, ਇਮਰਾਨ ਖਾਨ ਪ੍ਰੋਂਪਟਲੀ ਐਕਸ਼ਨ ਲੈਂਦੇ ਸੀ। ਇਹ ਨਵੀਂ ਸਰਕਾਰ ਕਿੰਨਾ ਕੁ ਪ੍ਰੋਂਪਟਲੀ ਲੈਂਦੀ ਹੈ, ਇਸ ਗੱਲ ਦਾ ਕੋਈ ਪਤਾ ਨਹੀਂ, ਤੇ ਇਹ ਅਜੇ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਪਰ ਇੱਕ ਖਬਰ ਸਾਹਮਣੇ ਆਈ ਹੈ। ਇੱਕ ਗੱਲ ਹੋਰ ਹੈ, ਇਸ ਤਰ੍ਹਾਂ ਦਾ ਕਰਤਾਰਪੁਰ ਸਾਹਿਬ ਦੇ ਨਾਲ ਜੁੜਿਆ ਹੋਇਆ ਪਹਿਲਾ ਮਸਲਾ ਨਹੀਂ ਹੈ। ਕਰਤਾਰਪੁਰ ਸਾਹਿਬ ਬਾਰੇ ਇਹ ਵੀ ਪਹਿਲਾਂ ਖਬਰ ਆਈ ਸੀ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦੀ ਧਰਤੀ, ਉਸਨੂੰ ਕਹਿ ਲਓ, ਜਾਂ ਗੁਰੂ ਨਾਨਕ ਸਾਹਿਬ ਜਿੱਥੇ ਰਹੇ ਨੇ ਉਹ ਧਰਤੀ ਹੈ, ਤੇ ਸਿੱਖਾਂ ਦੀਆਂ ਭਾਵਨਾਵਾਂ ਬਹੁਤ ਜੁੜੀਆਂ ਹੋਈਆਂ ਨੇ। ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਉੱਥੇ ਜ਼ਮੀਨ ਖਰੀਦਣ ਦੀ ਆਫਰ ਦਿੱਤੀ ਗਈ, ਤੇ ਕਈਆਂ ਕੋਲੋਂ ਪੈਸੇ ਲੈ ਕੇ ਕਿ ਵਿਦੇਸ਼ਾਂ ਵਿੱਚ ਆਓ, ਤੁਹਾਨੂੰ ਇੱਥੇ ਕਿੱਲਾ 2 ਕਿੱਲੇ ਜ਼ਮੀਨ ਲੈ ਕੇ ਦਿੰਦੇ ਆ ਤੇ ਤੁਸੀਂ ਇੱਥੇ ਆ ਕੇ ਰਹੋ, ਤੁਹਾਡਾ ਟਿਕਾਣਾ ਹੋਵੇਗਾ। ਇਹ ਫਿਰ ਸਰਕਾਰ ਨੇ ਉਸ ਨੂੰ ਨੱਥ ਪਾਈ ਸੀ। ਮਾੜੀ ਗੱਲ ਹੈ
ਕਿ ਠੀਕ ਹੈ ਪਾਕਿਸਤਾਨ ਸਰਕਾਰ ਇਸ ਨੂੰ ਟੂਰਿਜ਼ਮ ਪੁਆਇੰਟ ਆਫ ਵਿਊ ਨਾਲ ਦੇਖਦੇ ਉਹਨੂੰ ਹੋਰ ਤਰੀਕੇ ਨਾਲ ਡਿਵੈਲਪ ਕਰਨ ਦੇ ਬੜੇ ਤਰੀਕੇ ਨੇ ਜਿੱਥੇ ਸ਼ਰਧਾਲੂ ਆਪਣੀ ਮਰਜ਼ੀ ਨਾਲ ਖਰਚ ਕਰ ਲੈਣ। ਅੰਮ੍ਰਿਤ ਜਲ ਕਰਨਾ ਜਾਂ ਕੋਈ ਫੀਸ ਲਾ ਦੇਣੀ ਉੱਥੇ ਬੇਕਾਰ ਜਿਹੀਆਂ ਗੱਲਾਂ ਨੇ। ਜੀ ਅੱਜ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਬਸ ਇੰਨਾ ਹੀ। ਕੁਲਦੀਪ ਜੀ ਤੁਸੀਂ ਸਟੂਡੀਓ 'ਚ ਆਏ, ਦਰਸ਼ਕਾਂ ਨਾਲ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਐਪੀਸੋਡ ਪਸੰਦ ਆਇਆ ਹੋਵੇਗਾ। ਕੱਲ੍ਹ ਨੂੰ ਫਿਰ ਨਵੇਂ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੇ ਤੁਸੀਂ ਤਦ ਤੱਕ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।